बुलावह त्यों बोलह स्वामी कुदरत कवण हमारी। साध संग ना सगायो जो प्रभ की अत प्यारी। मेहमाना जानह वेद ब्रह्मे नहीं जानह भेद। अवतार ना जानह अंत परमेश्वर पार ब्रह्म बेअंत। आद करूं गुरुदेव को बंदन आद करूं गुरुदेव को बंदन। सतनाम जिस मंत्र सुनाया भवचल विचों कढ के मुक्त पदार्थ माहे समाया। बलिहारी गुर अपने दिहाड़ी सदवार। जिन मानस ते देवते किए
ਕਰਤ ਨ ਲਾਗੀ ਵਾਰ। ਜਿਨ ਦੇਵਤੇ ਕੀਏ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਣ ਗਾਵਾਂ ਨਿਤ ਤੇਰੇ ਜੀ ਮੈਂ ਗੁਣ ਗਾਵਾਂ ਨਿਤ ਤੇਰੇ। ਗੁਣ ਗਾਵਾਂ ਨਿਤ ਤੇਰੇ 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 ਗੁਣ ਗਾਵਾਂ ਨਿਤ ਤੇਰੇ। ਬਿਨ ਅਵਰ ਜਾਣਾ ਮੇਰੇ ਸਾਹਿਬ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। 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 ਗਾਵਾਂ ਨਿਤ ਤੇਰੇ ਗਾਵਾਂ ਨਿਤ ਤੇਰੇ। ਗਾਵਾਂ ਨਿਤ ਤੇਰੇ ਗਾਵਾਂ ਨਿਤ ਤੇਰੇ। ਗੁਣ ਗਾਵਾਂ ਨਿਤ ਤੇਰੇ ਗੁਣ 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 ਗਾਵਾਂ ਨਿਤ ਤੇਰੇ। ਵਾਹਿਗੁਰੂ 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 ਵਾਹਿਗੁਰੂ। ਸਿੱਖ ਮਤ ਸਭ ਬੁੱਧ ਤੁਮਾਰੀ ਅੰਦਰ ਛਾਵਾ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਐਸੇ ਦਸਮੇਸ਼ ਮਾਤਾ ਗੁਜਰੀ ਕੇ ਲਾਲ ਜੀ। ਵਾਰ ਪਰਿਵਾਰ ਦੇਵੇ ਬੱਚਿਆਂ ਸਮੇਤ ਸਾਰਾ। ਦੇਸ਼ ਕੌਮ ਉਤੋਂ ਕੁਰਬਾਨ ਬਾਲ ਬਾਲ ਜੀ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਸਰਬੱਤ ਗੁਰੂ ਖਾਲਸਾ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਅਦਬ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਨੂੰ ਸੀਸ ਝੁਕਾਓ, ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਤਾਰ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਾਨੂੰ ਤੁਹਾਨੂੰ ਸਾਰਿਆਂ ਨੂੰ ਇਸ ਭਾਗ ਸਮਾਂ ਸਤਸੰਗ ਦਾ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੇ ਇਹ ਸਮਾਗਮ ਬਾਦਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਆਪ ਜੀ ਸਾਡੇ ਤੋਂ ਪਹਿਲਾਂ ਸਤਿਕਾਰਤ ਗੁਰਮੁਖਾਂ ਦੇ ਪਾਸੋਂ ਬੜੇ ਪਿਆਰ ਦੇ ਬਚਨ ਗੁਰੂ ਸਾਹਿਬਾਂ ਦੀ ਮਹਿਮਾ, ਗੁਰੂ ਸਾਹਿਬਾਂ ਦੀ ਵਡਿਆਈ ਸਰਵਣ ਕਰ ਰਹੇ ਸੀ। ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨਹਾਰ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਵਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸਾਰੀ ਜ਼ਿੰਦਗੀ ਲੱਗੇ ਰਹੀਏ ਤਾਂ ਵੀ ਗੁਰੂ ਦੀ ਮਹਿਮਾ ਨੂੰ ਆਪਾਂ ਸੰਪੂਰਨ ਰੂਪ ਦੇ ਵਿੱਚ ਕਥਨ ਨਹੀਂ ਕਰ ਸਕਦੇ। ਕੋਈ ਕਵੇ ਵੀ ਜੇ ਬੋਲ ਕੇ ਨਹੀਂ ਕੀਤਾ ਜਾ ਸਕਦਾ ਸੰਪੂਰਨ, ਤੇ ਲਿਖ ਕੇ ਕਰ ਸਕਦੇ ਹਾਂ। ਤੇ ਲਿਖ ਕੇ ਵੀ ਮਹਾਰਾਜ ਕਹਿੰਦੇ ਜਿੰਨੀ ਸੱਤਾਂ ਸਮੁੰਦਰਾਂ ਦੇ ਵਿੱਚ ਜਿੰਨਾ ਪਾਣੀ ਹੈ ਉਹਦੀ ਸਿਆਹੀ ਬਣਾ ਲਈ ਜਾਵੇ, ਤੇ ਜਿੰਨੀ ਬਨਸਪਤੀ ਹੈ ਉਹਦੀਆਂ ਕਲਮਾਂ ਬਣਾ ਲਈਆਂ ਜਾਣ, ਜਿੰਨੀ ਧਰਤੀ ਹੈ ਉਹਨਾਂ ਕਾਗਜ਼ ਬਣਾ ਲਿਆ ਜਾਵੇ, ਤੇ ਹਵਾ ਦੇ ਵੇਗ ਦੇ ਨਾਲ ਕਲਮ ਚੱਲੇ, ਫੇਰ ਵੀ ਕਹਿੰਦੇ ਵੀ ਵਡਿਆਈ ਪੂਰਨ ਰੂਪ ਦੇ ਵਿੱਚ ਨਹੀਂ ਲਿਖੀ ਜਾ ਸਕਦੀ। ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜਾ ਸੁੰਦਰ ਬਚਨ ਲਿਖਿਆ ਜੀ। ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਆਉਂਦੇ ਤੇ ਫਿਰ ਕੀ ਹੋਣਾ ਸੀ। ਕਹਿੰਦੇ ਜੀ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, पाप परपक जाते धर्म तसक जाते, वर्ण गरक जाते साहित विधान की, देवी देव देह रे संतोख सिंगा दूर होते, रीत मिट जाती कथा वेदन पुराण की, श्री गुरु गोबिंद सिंह पावन परम सूर, मूर्त न होती जो पे करुणा निदान। इस देश दे ਸਾਰੇ ਧਰਮਾਂ ਦੇ ਲੋਕਾਂ ਨੂੰ ਖਤਰਾ ਸੀ। ਜਿਨ੍ਹਾਂ ਪੁਰਾਤਨ ਸਮੇਂ ਤੋਂ ਇਸ ਦੇਸ਼ ਦੇ ਵਿੱਚ ਅਨੇਕਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਸਨ, ਉਹਨਾਂ ਸਾਰਿਆਂ ਦੇ ਧਰਮ ਖਤਮ ਹੋਣ ਦੇ ਕਿਨਾਰੇ ਸੀ। ਜੇ ਮਹਾਰਾਜ ਜੀ ਨਾ ਆਉਂਦੇ, ਸੱਚੇ ਪਾਤਸ਼ਾਹ ਜੀਆਂ ਦੇ ਆਉਣ ਤੋਂ ਬਿਨਾਂ ਇਸ ਦੇਸ਼ ਦਾ ਭਲਾ ਨਹੀਂ ਸੀ ਕਿਸੇ ਵੀ ਤਰ੍ਹਾਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਆਪਣੀ ਬਾਣੀ ਦੇ ਵਿੱਚ ਦਸਮ ਦੀ ਬਾਣੀ ਸ੍ਰੀ ਬਚਿੱਤਰ ਨਾਟਕ ਦੇ ਵਿੱਚ ਬਚਨ ਲਿਖਦੇ ਨੇ ਬਈ ਪਾਪਾਂ ਦੇ ਖਤਮ ਕਰਨ ਵਾਸਤੇ ਤੇ ਧਰਮ ਦਾ ਝੰਡਾ ਬੁਲੰਦ ਕਰਨ ਵਾਸਤੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਭੇਜਿਆ। ਪੰਥ ਪਰਚੁਰ ਕਰਬੇ ਕੋ ਸਾਚਾ,
ਸਿੱਧੇ ਰਾਹੇ ਦੁਨੀਆ ਦੇ ਲੋਕਾਂ ਨੂੰ ਪਾਉਣ ਵਾਸਤੇ ਤੇ ਧਰਮ ਦਾ ਬੋਲਬਾਲਾ ਕਰਨ ਵਾਸਤੇ ਸਾਨੂੰ ਭੇਜਿਆ। लिखते ने महाराज जी, अब मैं अपनी कथा बखानो, तब सात जे विद मोयानो, हेमकुंड पर्वत है जहाँ सब श्रृंग शोभत है तहाँ, सब श्रृंग तय नाम कहावा, पांड राज है जो कमावा। तह हम अधिक तपस्या साधी, महाकाल काल का आराधी, ए विद करत तपस्या भयो, द्वैते एक रूप है। ਭਗਤੀ ਕਰਦਿਆਂ ਨੂੰ, ਤਪ ਕਰਦਿਆਂ ਨੂੰ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਪੁੱਤਰ ਸਾਜ ਕੇ, ਪੁੱਤਰ ਬਣਾ ਕੇ ਮਹਾਰਾਜ ਜੀ ਨੂੰ ਮਾਤ ਲੋਕ ਤੇ ਭੇਜਿਆ। ਤੁਸੀਂ ਸੁਣ ਰਹੇ ਸੀ ਹੁਣੇ ਹੀ ਗੁਰਮੁਖਾਂ ਦੇ ਪਾਸੋਂ ਵੀ ਮਹਾਰਾਜ ਜੀ ਦਾ ਜਿਹੜਾ ਸਮੁੱਚਾ ਜੀਵਨ ਹੈ, ਸਰੀਰਕ ਉਮਰ ਤਕਰੀਬਨ 42 ਸਾਲ ਹੈ, ਪਰ 42 ਯੁੱਗਾਂ ਦਾ ਕੰਮ ਕਰਕੇ ਗਏ। 42 ਯੁੱਗਾਂ ਦਾ ਕੰਮ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਨੂੰ ਜੇ ਇੱਕ ਸ਼ਹਿਨशाह ਦੇ ਪੱਖ ਤੋਂ ਵੇਖੀਏ, ਇੱਕ ਰਾਜੇ ਦੇ ਪੱਖ ਤੋਂ ਵੇਖੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਰਾਜਾ ਨਹੀਂ ਕੋਈ ਦਿਸਦਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਤਖਤ ਤੇ ਸਜਦੇ ਸੀ, ਉਸ ਤਖਤ ਦੇ ਉੱਤੇ ਲੱਗਿਆ ਹੋਇਆ ਜਿਹੜਾ ਚੰਦੋਆ ਹੁੰਦਾ ਸੀ ਜੀ, ਸੋਨੇ ਦੀਆਂ ਤਾਰਾਂ ਦਾ ਕੱਢਿਆ ਹੋਇਆ 2.5 ਲੱਖ ਦਾ ਚੰਦੋਆ ਸੀ ਜੀ। ਉਸ ਵੇਲੇ ਹੀਰਿਆਂ ਦੀ, ਮੋਤੀਆਂ ਦੀ ਜੜਤਕਾਰੀ ਹੋਈ ਸੀ, ਕੀਮਤੀ ਲਾਲ ਲੱਗੇ ਹੋਏ ਸੀ ਉਸ ਚੰਦੋਏ ਦੇ ਵਿੱਚ। ਅੱਜ ਦੇ ਸਮੇਂ ਦੇ ਵਿੱਚ ਤੇ 2.5 ਕਰੋੜ ਤੋਂ ਵੀ ਕੀਮਤ ਵੱਧ ਹੋਏਗੀ ਉਸ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਚੌਂਕੀ ਦੇ ਉੱਤੇ ਆਂਦੇ ਚਰਨ ਰੱਖਦੇ ਸੀ, ਉਹ ਚੌਂਕੀ 1.25 ਲੱਖ ਦੀ ਸੀ। ਇੱਕ ਇੱਕ ਤੀਰ ਦੇ ਨਾਲ 1.25 ਤੋਲਾ ਸੋਨਾ ਲੱਗਿਆ ਹੁੰਦਾ ਸੀ। ਬੜੇ ਯੋਧੇ ਸੂਰਬੀਰ ਇਸ ਸੰਸਾਰ ਤੇ ਹੋਏ ਨੇ, ਬੜੇ ਵੱਡੇ ਰਾਜੇ ਮਹਾਰਾਜੇ ਵੀ ਹੋਏ ਨੇ, ਪਰ ਅੱਜ ਤਾਈਂ ਦੁਨੀਆ ਦੇ ਤਖਤੇ ਦੇ ਉੱਤੇ ਜੇ ਕਿਸੇ ਨੇ ਤੀਰਾਂ ਦੇ ਨਾਲ ਸੋਨਾ ਲਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ। ਤਰਕਵਾਦੀ ਤਰਕ ਕਰਦਾ ਵੀ ਤੀਰਾਂ ਨਾਲ ਸੋਨਾ ਲਾਉਣ ਦਾ ਕੀ ਫਾਇਦਾ ਹੋਇਆ, ਤੀਰਾਂ ਦੇ ਨਾਲ ਮਾਰਨੇ ਤਾਂ ਦੁਸ਼ਮਣ ਨੇ, ਤੇ ਤੀਰ ਦੇ ਨਾਲ ਸੋਨਾ ਕਿਉਂ ਲਾਇਆ। ਤੀਰਾਂ ਦੇ ਨਾਲ ਸੋਨਾ ਲਾਉਣ ਦਾ ਭਾਵ ਇਹ ਸੀ ਵੀ ਮਹਾਰਾਜ ਦਾ ਦੁਸ਼ਮਣ ਤੇ ਕੋਈ ਵੀ ਨਹੀਂ ਸੀ, ਮਹਾਰਾਜ ਤੇ ਸਾਰਿਆਂ ਦੇ ਆਪਣੇ ਸੀ। ਹੁਣ ਉਹ ਤੀਰ ਜਿਹਦੇ ਵੀ ਵੱਜੇ, ਜੇ ਤੇ ਉਹ ਚੜ੍ਹਾਈ ਕਰ ਜੇ ਤਾਂ ਉਸ ਸੋਨੇ ਨੂੰ ਵੇਚ ਕੇ ਤੇ ਉਹਦਾ ਜਿਹੜਾ ਅੰਤਮ ਕਿਰਿਆ ਕਰਮ ਹੋ ਸਕੇ, ਜਾਂ ਜਿਹਦੇ ਤੀਰ ਵੱਜੇ ਉਹ ਜ਼ਖਮੀ ਹੋ ਜੇ ਤਾਂ ਉਸ ਸੋਨੇ ਨੂੰ ਵੇਚ ਕੇ ਆਪਣਾ ਇਲਾਜ ਕਰਾ ਸਕੇ। 1.25 ਤੋਲਾ ਸੋਨਾ ਇੱਕ ਤੀਰ ਦੇ ਨਾਲ ਲੱਗਿਆ ਹੁੰਦਾ ਸੀ ਮਹਾਰਾਜ ਜੀ ਦੇ। ਜੇ ਇੱਕ ਲਿਖਾਰੀ ਦੇ ਪੱਖ ਤੋਂ ਮਹਾਰਾਜ ਜੀ ਦਾ ਜੀਵਨ ਕੋਈ ਵੇਖੇ ਤੇ ਸਤਿਗੁਰੂ ਦੀਆਂ ਪਵਿੱਤਰ ਬਾਣੀਆਂ, ਸ੍ਰੀ ਜਾਪ ਸਾਹਿਬ ਹੈ, ਬਚਿੱਤਰ ਨਾਟਕ ਹੈ, ਅਕਾਲ ਉਸਤਤ ਹੈ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀ 24 ਅਵਤਾਰਾਂ ਦਾ ਵੀ ਜ਼ਿਕਰ ਕਰਿਆ ਦਸਮ ਦੀ ਬਾਣੀ 'ਚ। ਇਹ ਬੜਾ ਡੂੰਘਾਈ ਵਾਲਾ, ਸਮਝਣ ਵਾਲਾ ਵਿਸ਼ਾ ਹੈ ਵੀ ਮਹਾਰਾਜ ਨੇ ਪੁਰਾਣੇ ਅਵਤਾਰਾਂ ਦਾ ਕਿਉਂ ਉਲਥਾ ਕੀਤਾ, ਉਹਨਾਂ ਦੇ ਜੀਵਨ ਨੂੰ ਕਿਉਂ ਵਾਚਿਆ, ਕਿਉਂ ਲਿਖਿਆ। ਕੱਲੇ ਅਵਤਾਰ ਦਾ ਜੀਵਨ ਸੱਚੇ ਪਾਤਸ਼ਾਹ ਨੇ ਲਿਖਿਆ ਤੇ ਉਹਦੇ ਵਿੱਚ ਫਿਰ ਅਖੀਰ 'ਚ ਨਿਰਣਾ ਕਰਕੇ ਦੱਸਿਆ ਵੀ ਇਹਨਾਂ ਦੇ ਕੋਲੋਂ ਆਹ ਗਲਤੀਆਂ ਹੋਈਆਂ ਸੀ, ਦੇਖਿਓ ਮੇਰੇ ਖਾਲਸਾ ਜੀ ਤੁਸੀਂ ਆਹ ਗਲਤੀਆਂ ਨਾ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੇ ਰਾਜੇ ਮਹਾਰਾਜਿਆਂ ਬਾਰੇ ਮਹਾਰਾਜ ਜੀ ਨੇ ਲਿਖਿਆ। ਖੈਰ ਅੱਜ ਜਿਹੜੇ ਸ਼ੰਕਾਵਾਦੀ ਲੋਕ ਦਸਮ ਦੀ ਬਾਣੀ ਤੇ ਸ਼ੰਕਾ ਕਰਦੇ ਨੇ ਸਾਧ ਸੰਗਤ ਜੀ, ਉਹ ਨਾ ਸਮਝ ਹੋਣ ਕਰਕੇ ਕਰਦੇ ਨੇ, ਹੋਰ ਗੱਲ ਕੋਈ ਨਹੀਂ ਹੈ। ਦਸਮ ਦੀ ਬਾਣੀ ਦਾ ਤੇ ਮੂਲ ਪਾਠ ਕਰਨਾ ਹੀ ਔਖਾ ਹੈ, ਉਹਨੂੰ ਸਮਝਣਾ ਤੇ ਬੜੀ ਦੂਰ ਦੀ ਗੱਲ ਹੈ। ਤੇ ਜਿਨ੍ਹਾਂ ਨੂੰ ਸਮਝ ਨਹੀਂ ਪੈਂਦੀ, ਅਰਥ ਭਾਵ ਨਹੀਂ ਸਮਝ ਲੱਗਦੇ, ਤੇ ਉਹ ਫਿਰ ਕਹਿੰਦੇ ਨਹੀਂ ਜੀ ਇਹ ਦਸਮ ਪਾਤਸ਼ਾਹ ਦੀ ਬਾਣੀ ਵੀ ਨਹੀਂ ਹੈ, ਇਨਕਾਰੀ ਹੋ ਗਏ। ਉਹ ਮਹਾਰਾਜ ਜੀ ਦੀਆਂ ਲਿਖਤਾਂ ਬੜੀਆਂ ਮਹਿੰਗੀਆਂ ਨੇ, ਬਹੁਤ ਮਹਾਨ ਰਚਨਾ ਸੱਚੇ ਪਾਤਸ਼ਾਹ ਦੀ। ਤੁਸੀਂ ਹੁਣੇ ਸੁਣ ਰਹੇ ਸੀ ਵੀ ਜਦੋਂ ਮਹਾਰਾਜ ਨੇ ਫਤਿਹ ਦੀ ਚਿੱਠੀ ਲਿਖੀ ਹੈ, ਜਿਹਨੂੰ ਆਪਾਂ ਜਫਰਨਾਮਾ ਕਹਿੰਦੇ ਹਾਂ, ਔਰੰਗਜ਼ੇਬ ਕਦੇ ਹਾਰ ਮੰਨਣ ਵਾਲਾ ਨਹੀਂ ਸੀ, ਔਰੰਗਜ਼ੇਬ ਕਦੇ ਵੀ ਝੁਕਣ ਵਾਲਾ ਨਹੀਂ ਸੀ। ਕਿੰਨੀਆਂ ਜੰਗਾਂ ਦੇ ਵਿੱਚ ਉਹ ਹਾਰ ਖਾ ਚੁੱਕਿਆ ਸੀ ਗੁਰੂ ਸਾਹਿਬ ਦੇ ਕੋਲੋਂ, ਪਰ ਹਾਰ ਮੰਨਣ ਲਈ ਤਿਆਰ ਨਹੀਂ ਸੀ ਉਹ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਸੀ ਕਲਮ ਚਲਾਈ, ਜਫਰਨਾਮਾ ਫਤਿਹ ਦੀ ਚਿੱਠੀ ਲਿਖੀ,
ਫਤਿਹ ਦੀ ਚਿੱਠੀ ਜਫਰਨਾਮਾ ਪੜ੍ਹਦਿਆਂ ਸਾਰ ਸਾਧ ਸੰਗਤ ਜੀ ਔਰੰਗਜ਼ੇਬ ਦੀ ਮੌਤ ਹੋ ਗਈ। ਔਰੰਗਜ਼ੇਬ ਆਪਣਾ ਆਪਾ ਛੱਡ ਗਿਆ, ਮਰ ਗਿਆ ਸੀ ਔਰੰਗਜ਼ੇਬ। ਐਸੀ ਲਿਖਤ ਗੁਰੂ ਗੋਬਿੰਦ ਸਿੰਘ ਮਹਾਰਾਜ, ਮੁਰਦਿਆਂ ਦੇ ਵਿੱਚ ਜਾਨ ਪਾ ਦੇਣ ਵਾਲੀ ਲਿਖਤ ਸੱਚੇ ਪਾਤਸ਼ਾਹ ਦੀ। ਇੱਕ ਲਿਖਾਰੀ ਦੇ ਪੱਖੋਂ ਜਦੋਂ ਵੇਖਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਲਿਖਾਰੀ ਵੀ ਨਹੀਂ ਕੋਈ ਹੈ। ਇੱਕ ਸ਼ਹਿਨशाह ਦੇ ਪੱਖੋਂ ਵੇਖਦੇ ਆ ਤੇ ਗੁਰੂ ਸਾਹਿਬ ਵਰਗਾ ਸ਼ਹਿਨशाह ਵੀ ਕੋਈ ਨਹੀਂ ਹੈ। ਤੇ ਜੇ ਇੱਕ ਦਾਨੀ ਦੇ ਪੱਖੋਂ ਵੇਖਦੇ ਆ, ਮਹਾਰਾਜ ਵਰਗਾ ਦਾਨੀ ਵੀ ਕੋਈ ਨਹੀਂ। ਪੌਣੇ 9 ਸਾਲ ਦੀ ਉਮਰ ਸੀ ਜਿੱਦਣ ਹਿੰਦੂਆਂ ਦੇ ਧਰਮ ਦੀ ਰਾਖੀ ਦੀ ਖਾਤਰ ਉਹਨਾਂ ਦੀ ਅੱਡੀ ਹੋਈ ਝੋਲੀ ਦੇ ਵਿੱਚ ਆਪਣੇ ਗੁਰੂ ਪਿਤਾ ਦਾ ਸੀਸ ਪਾ ਦਿੱਤਾ, ਉਹਨਾਂ ਦੇ ਧਰਮ ਦੀ ਰਾਖੀ ਵਾਸਤੇ। ਐਡਾ ਵੱਡਾ ਦਾਨ ਕੋਈ ਨਹੀਂ ਕਰ ਸਕਿਆ। ਕਿਸੇ ਦੀ ਵਿਪਤਾ ਨੂੰ ਆਪਣੇ ਸਿਰ ਤੇ ਲੈ ਲਿਆ, ਕਿਸੇ ਦੇ ਘਰ ਲੱਗੀ ਅੱਗ ਨੂੰ ਬੁਝਾਉਣ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਦਾਅ ਤੇ ਲਾ ਦਿੱਤਾ। ਐਡਾ ਵੱਡਾ ਦਾਨੀ ਇੱਕ ਪੁੱਤਰ ਦੇ ਰੂਪ ਦੇ ਵਿੱਚ ਜਦੋਂ ਸਾਨੂੰ ਉਦੋਂ ਪਿਤਾ ਤੋਰ ਦਿੱਤਾ, ਤੇ ਜਿੱਦਣ ਇੱਕ ਪਿਤਾ ਦੇ ਰੂਪ ਦੇ ਵਿੱਚ ਸਮਾਂ ਬਣਿਆ ਤੇ ਤਕਰੀਬਨ 18 ਸਾਲ ਤੋਂ ਕੁਝ ਸਮਾਂ ਘੱਟ ਸੀ ਵੱਡੇ ਸਾਹਿਬਜ਼ਾਦੇ ਦੀ ਉਮਰ ਬਾਬਾ ਅਜੀਤ ਸਿੰਘ ਜੀ ਦੀ, ਆਪਣੇ ਹੱਥੀਂ ਤੋਰਿਆ। ਵੱਡੇ ਵੱਡੇ ਅਵਤਾਰਾਂ ਦੀ ਗੱਲ ਆਉਂਦੀ ਹੈ, ਅਵਤਾਰਾਂ ਦੀ ਗੱਲ ਆਉਂਦੀ ਹੈ ਜੀ। ਕਹਿੰਦੇ ਜੀ ਤ੍ਰੇਤਾ ਯੁੱਗ ਸੀ, ਸ਼੍ਰੀ ਰਾਮ ਚੰਦਰ ਜੀ ਨੂੰ ਦਸ਼ਰਥ ਜੀ ਨੇ 14 ਸਾਲ ਦਾ ਬਨਵਾਸ ਦੇ ਦਿੱਤਾ ਕੈਕਈ ਦੇ ਕਹਿਣ ਤੇ। ਆਪ ਤੋਰਿਆ ਬਨਵਾਸ ਨੂੰ 14 ਸਾਲ ਵਾਸਤੇ। 14 ਸਾਲਾਂ ਬਾਅਦ ਉਹਨੇ ਮੁੜ ਕੇ ਆ ਜਾਣਾ ਸੀ। ਰਾਮ ਜੀ ਬਨਵਾਸ ਨੂੰ ਤੁਰੇ, ਨਾਲ ਲక్ష్మణ ਜੀ ਤੁਰੇ, ਰਾਮ ਜੀ ਦੀ ਧਰਮ ਪਤਨੀ ਸੀਤਾ ਤੁਰੀ। ਆਪਣੇ ਬੱਚਿਆਂ ਨੂੰ ਆਪਦੇ ਮਹਿਲਾਂ ਵਿੱਚੋਂ ਜਾਂਦਿਆਂ ਵੇਖ ਨਹੀਂ ਸਕਿਆ ਦਸ਼ਰਥ। ਪਹਿਲਾਂ ਡਿਉੜੀ ਵਿੱਚ ਖੜਾ ਵੇਖਦਾ ਰਿਹਾ, ਫਿਰ ਛੱਤ ਤੇ ਜਾ ਚੜਿਆ, ਉੱਪਰਲੀ ਛੱਤ ਤੇ, ਹੋਰ ਉੱਪਰ 7ਵੀਂ ਮੰਜ਼ਲ ਤੇ ਜਾ ਚੜਿਆ। ਜਦੋਂ ਅੱਖਾਂ ਤੋਂ ਓਲੇ ਸ੍ਰੀ ਰਾਮ ਜੀ, ਲక్ష్మణ ਜੀ ਤੇ ਸੀਤਾ ਜੀ ਹੋ ਗਏ, ਵਿਛੋੜਾ ਨਹੀਂ ਝੱਲ ਸਕਿਆ ਸੀ, ਛੱਤ ਤੋਂ ਛਾਲ ਮਾਰ ਕੇ ਮਰ ਗਿਆ ਸੀ। ਬੜੇ ਬੜੇ ਅਵਤਾਰਾਂ ਦਾ ਜ਼ਿਕਰ ਹੈ। ਇਸਲਾਮ ਦੇ ਪੈਗੰਬਰ ਸਮਾਂ ਬਣਿਆ ਜੀ, ਕਹਿੰਦੇ ਤੈਨੂੰ ਸਭ ਤੋਂ ਪਿਆਰੀ ਜਿਹੜੀ ਚੀਜ਼ ਹੈ ਸੰਸਾਰ ਦੇ ਭਲੇ ਵਾਸਤੇ, ਤੈਨੂੰ ਉਹਦੀ ਬਲੀ ਦੇਣੀ ਪੈਣੀ, ਕੁਰਬਾਨੀ ਦੇਣੀ ਪੈਣੀ ਹੈ। ਆਖਿਆ ਮੈਨੂੰ ਸਭ ਤੋਂ ਪਿਆਰਾ ਮੇਰਾ ਪੁੱਤਰ ਹੈ। ਕਹਿੰਦੇ ਆਪਣੇ ਹੱਥੀਂ ਕੁਰਬਾਨ ਕਰ ਆਪਣੇ ਪੁੱਤਰ ਨੂੰ। ਕਹਿੰਦਾ ਕਰ ਦਿਆਂਗਾ, ਪਰ ਆਪਣੇ ਅੱਖੀਂ ਮੈਂ ਵੇਖ ਨਹੀਂ ਸਕਦਾ, ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦੇ। ਹਜ਼ਰਤ ਮੂਸਾ ਅੱਖਾਂ ਤੇ ਪੱਟੀ ਬੰਨ੍ਹ ਦਿਓ। ਅੱਖਾਂ ਤੇ ਪੱਟੀ ਬਣਾ ਲਈ, ਹੱਥ ਵਿੱਚ ਤਲਵਾਰ ਪਕੜ ਲਈ। ਹੁਣ ਜਿਹੜੇ ਨਾਲ ਦੇ ਮੁਰੀਦ ਸੀਗੇ ਜੀ, ਸੇਵਕ ਸੀਗੇ, ਉਹਨਾਂ ਨੇ ਹਜ਼ਰਤ ਦੇ ਬੇਟੇ ਨੂੰ ਪਰਾਂ ਕਰ ਦਿੱਤਾ ਤੇ ਉਹਦੇ ਥਾਂ ਇੱਕ ਬੱਕਰਾ ਅੱਗੇ ਕਰ ਦਿੱਤਾ। ਹਜ਼ਰਤ ਨੇ ਤਲਵਾਰ ਚਲਾਈ, ਲੜਕੇ ਦਾ ਸਿਰ ਨਹੀਂ ਕੱਟਿਆ ਗਿਆ, ਇੱਕ ਬੱਕਰੇ ਦਾ ਸਿਰ ਕੱਟਿਆ ਗਿਆ। ਭੁੱਬਾਂ ਮਾਰ ਕੇ ਰੋ ਪਿਆ ਵੀ ਮੇਰਾ ਪੁੱਤਰ ਮਰ ਗਿਆ ਹੋਣਾ, ਪਰ ਜਦੋਂ ਅੱਖਾਂ ਤੋਂ ਪੱਟੀ ਖੋਲੀ ਦੇਖ ਕੇ ਖੁਸ਼ ਹੋਇਆ ਵੀ ਨਹੀਂ ਮੇਰਾ ਪੁੱਤਰ ਤਾਂ ਬਚ ਗਿਆ। ਵੱਡੇ ਵੱਡੇ ਪੈਗੰਬਰਾਂ ਨੂੰ ਜਦੋਂ ਆਪਣੇ ਬੱਚੇ ਆਪਣੇ ਅੱਖਾਂ ਦੇ ਸਾਹਮਣੇ ਜਾਂਦੇ ਦਿਸੇ ਸੀ ਤੇ ਉਹਨਾਂ ਨੇ ਵੀ ਉਸ ਮੋਹ ਦੇ ਵਿੱਚ ਫਸ ਕੇ ਵੈਰਾਗ ਕੀਤਾ ਸੀ। ਬਾਣੀ ਵਿੱਚ ਜ਼ਿਕਰ ਆਉਂਦਾ, ਕਹਿੰਦੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਏ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਇਤਿਹਾਸ ਵਿੱਚ ਆਪਾਂ ਦੇਖਦੇ ਪੜ੍ਹਦੇ ਹਾਂ, ਤੇ ਜਦੋਂ ਬਾਬਾ ਅਜੀਤ ਸਿੰਘ ਨੂੰ ਆਪਣੇ ਹੱਥੀਂ ਤੋਰਿਆ ਸੀ, ਧਿਆਨ ਲੈ ਜਾਓ, ਚਮਕੌਰ ਦੀ ਗੜੀ ਆਪਣੇ ਹੱਥੀਂ ਜਦੋਂ ਤੋਰਨ ਲੱਗੇ ਸੀ ਤੇ ਮਹਾਰਾਜ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਸੀ ਮੈਨੂੰ ਵਧਾਈਆਂ ਦਿਓ, ਵਧਾਈਆਂ, ਮੇਰੇ ਅਜੀਤ ਸਿੰਘ ਦਾ ਅੱਜ ਵਿਆਹ ਹੈ, ਮੇਰਾ ਪੁੱਤਰ ਅਜੀਤ ਸਿੰਘ ਲਾੜੀ ਮੌਤ ਨੂੰ ਵਿਆਹੁਣ ਜਾ ਰਿਹਾ ਹੈ। ਕੈਸਾ ਸਤਿਗੁਰੂ ਹੈ। ਆਪਣੇ ਹੱਥੀਂ ਲਾਲ ਨੂੰ ਤੋਰਿਆ, ਆਪਣੇ ਅੱਖੀਂ ਸ਼ਹੀਦ ਹੁੰਦੇ ਵੇਖਿਆ। ਢੈਂਦੀ ਕਲਾ ਦੀ ਕੋਈ ਗੱਲ ਨਹੀਂ ਕੀਤੀ, ਅੱਖਾਂ ਵਿੱਚੋਂ ਪਾਣੀ ਨਹੀਂ ਵਗਾਇਆ, ਖੁਸ਼ੀ ਦੇ ਵਿੱਚ ਜੈਕਾਰੇ ਲਾਏ, ਪਰਮਾਤਮਾ ਦਾ ਸ਼ੁਕਰ ਕੀਤਾ।
ਵੀ ਮੇਰਾ ਪੁੱਤਰ ਅਜੀਤ ਸਿੰਘ ਤੇਰੀ ਗੋਦ ਵਿੱਚ ਪਹੁੰਚ ਗਿਆ। ਆਪਣੇ ਹੱਥੀਂ ਜੁਝਾਰ ਸਿੰਘ ਨੂੰ ਤੋਰਿਆ, ਅੱਖੀਂ ਸ਼ਹੀਦ ਹੁੰਦੇ ਵੇਖਿਆ, ਜੈਕਾਰੇ ਲਾਏ। ਵਾਹਿਗੁਰੂ ਨੂੰ ਮੁਖਾਤਬ ਹੋ ਕੇ ਕਹਿੰਦੇ ਜੀ ਮੇਰਾ ਅੱਧਾ ਕਰਜ਼ਾ ਲੈ ਗਿਆ, ਮੇਰਾ ਅੱਧਾ ਕਰਜ਼ਾ ਲੈ ਗਿਆ। ਐਸਾ ਦਾਨੀ, ਐਸਾ ਤਿਆਗੀ, ਜਿੱਦਣ ਗੜੀ ਨੂੰ ਛੱਡ ਕੇ ਤੁਰਨ ਲੱਗੇ, ਜੋ ਪ੍ਰਕਰਨ ਤੁਸੀਂ ਸੁਣ ਰਹੇ ਸੀ, ਗੜੀ ਨੂੰ ਛੱਡ ਕੇ ਤੁਰਨ ਲੱਗੇ, ਬੜੇ ਅਵਤਾਰ ਹੋਏ, ਬੜੇ ਪੈਗੰਬਰ ਹੋਏ। ਉਹਨਾਂ ਨੇ ਆਪਣੀ ਉਮਤ ਵਾਸਤੇ, ਆਪਣਿਆਂ ਸੇਵਕਾਂ ਵਾਸਤੇ ਬਹੁਤ ਕੁਝ ਕੀਤਾ, ਪਰ ਅੱਜ ਤੱਕ ਕਿਸੇ ਵੀ ਪੈਗੰਬਰ ਨੇ, ਕਿਸੇ ਵੀ ਰਹਿਬਰ ਨੇ ਆਪਣੀ ਉਮਤ ਨੂੰ, ਆਪਣਿਆਂ ਸੇਵਕਾਂ ਨੂੰ ਆਪਣਾ ਰੂਪ ਨਹੀਂ ਸੀ ਦਿੱਤਾ, ਆਪਣਾ ਰੂਪ ਨਹੀਂ ਸੀ ਦਿੱਤਾ। ਇੱਕ ਫਰਕ ਬਣਾ ਕੇ ਰੱਖਿਆ ਸੀ। ਪਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਸ ਵੇਲੇ ਗੜੀ ਛੱਡੀ ਹੈ, ਆਪਣਾ ਚੋਲਾ, ਆਪਣੀ ਦਸਤਾਰ, ਆਪਣੀ ਕਲਗੀ ਭਾਈ ਸੰਗਤ ਸਿੰਘ ਦੇ ਆਪਣੇ ਹੱਥੀਂ ਸਜਾਇਆ ਸੀ ਸੱਚੇ ਪਾਤਸ਼ਾਹ ਨੇ ਸਾਰਾ ਕੁਝ, ਤੇ ਨਾਲੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ, ਇਹ ਖਾਲਸਾ ਮੇਰਾ ਰੂਪ ਹੈ, ਮੇਰਾ ਆਪਣਾ ਸਰੂਪ ਹੈ ਖਾਲਸਾ। ਐਸਾ ਤਿਆਗੀ ਸਤ ਪੰਜਾਂ ਨੂੰ ਪ੍ਰਮੁਖਤਾ ਦਿੱਤੀ, ਪੰਜ ਪ੍ਰਧਾਨੀ ਮਰਜ਼ਾਦਾ ਕਾਇਮ ਕਰੀ, ਤੇ ਫਕੀਰੀ ਜੇ ਦੇਖੀਏ ਤਾਂ ਇਹੋ ਜਿਹਾ ਫਕੀਰ ਵੀ ਕੋਈ ਨਹੀਂ ਦਿਸਦਾ। ਆਪਣੇ ਪੁੱਤਰਾਂ, ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਕੋਲੋਂ ਏਦਾਂ ਲੰਘ ਗਏ, ਇੰਨੇ ਮੋਹ ਤੋਂ ਰਹਿਤ ਵੀ ਜਿਵੇਂ ਜਾਣਦੇ ਹੀ ਨਹੀਂ ਵੀ ਕੌਣ ਨੇ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਮੁਖੜੇ ਦੇ ਉੱਤੇ ਇੱਕ ਵਾਰੀ ਪਿਆਰ ਦਾ ਹੱਥ ਤੇ ਫੇਰ ਜਾਂਦੇ। ਮਹਾਰਾਜ ਕਹਿੰਦੇ ਨਹੀਂ, ਦਇਆ ਸਿੰਘਾ ਮੋਹ ਦੀਆਂ ਕਿਉਂ ਦੇਈ ਜਾਣਾ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨਹੀਂ ਲੰਮੀਆਂ। ਇਹ ਤਾਂ ਵਾਟਾਂ ਬੜੀਆਂ ਲੰਮੀਆਂ ਨੇ ਦਇਆ ਸਿੰਘ। ਭਾਈ ਦਇਆ ਸਿੰਘ ਕਹਿੰਦੇ ਸੀ ਮੈਨੂੰ ਹੁਕਮ ਕਰੋ, ਮੈਂ ਇਹਨਾਂ ਤੇ ਕਫਨ ਪਾ ਦਿਆਂ। ਮਹਾਰਾਜ ਕਹਿੰਦੇ ਨਿਗਾਹ ਮਾਰ ਕੇ ਦੇਖ ਜਰਾ ਮੈਦਾਨੇ ਜੰਗ ਦੇ ਵਿੱਚ ਕਿੰਨੇ ਸਿੰਘ ਪਏ ਨੇ, ਉਹ ਵੀ ਇਹਨਾਂ ਦੇ ਨਾਲ ਦੇ ਹੀ ਨੇ। ਜੇ ਸਾਰਿਆਂ ਤੇ ਕਫਨ ਪਾ ਸਕਦਾ ਤਾਂ ਪਾਈ, ਨਹੀਂ ਇਹਨਾਂ ਕੱਲਿਆਂ ਤੇ ਕਫਨ ਨਾ। ਮਹਾਰਾਜ ਇਹ ਤੁਹਾਡੇ ਪੁੱਤਰ ਨੇ, ਇਹਨਾਂ ਤੇ ਕਫਨ ਪਾ ਦਿਓ। ਮਹਾਰਾਜ ਕਹਿੰਦੇ ਨਹੀਂ, ਜੇ ਮੈਂ ਬਾਕੀਆਂ ਤੇ ਕਫਨ ਨਹੀਂ ਪਾ ਸਕਦਾ ਤੇ ਮੈਂ ਇਹਨਾਂ ਤੇ ਵੀ ਨਹੀਂ ਪਾਉਂਦਾ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਭਾਵੇਂ ਲੱਖ ਵਾਰੀ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂਗਾ ਮਾਣ ਮਿਲਦਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਮੈਨੂੰ ਰਤੀ ਪਰਵਾਹ ਨਹੀਂ ਜੱਗ ਸਾਰਾ, ਭਾਵੇਂ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਤੇ ਸਿੰਘ ਹੋਰ ਸਮਝੇ। ਕੋਈ ਇਹ ਨਾ ਕਹੇ। ਐਸਾ ਫਕੀਰ ਪ੍ਰੇਮ ਨਾਲ ਬੋਲਿਓ, ਸਾਰੇ ਪੜਿਓ ਜੀ ਪ੍ਰੇਮ ਨਾਲ ਗੱਜ ਗਏ ਜੀ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਰਾਜਾ ਜੋਗੀ ਤੇ ਐਸਾ ਗੁਰੂ ਖਾਲਸੇ ਦਾ। ਜੋਗੀ ਫਕੀਰ ਨਿਮਾਣਾ, ਐਸਾ ਗੁਰੂ ਖਾਲਸੇ ਦਾ। ਮੇਰੇ ਪਿਆਰੇ 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 ਐਸਾ ਗੁਰੂ ਖਾਲਸੇ ਦਾ। ਮੇਰੇ ਪਿਆਰੇ
मेरे प्यारे ऐसा गुरु खालसेदार 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 ऐसा गुरु ऐसा गुरु खालसेदार जोगी ते फकीर राजा जोगी ते राजा जोगी ने फकीर निमाना 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 राजा जोगी ते फकीर नमाਣਾ ਜੀ ਫਕੀਰ ਨਮਾਣਾ ਐਸਾ ਗੁਰੂ ਖਾਲਸੇਦਾਰ ਰਾਜਾ ਜੋਗੀ ਤੇ ਫਕੀਰ ਨਮਾਣਾ ਐਸਾ ਗੁਰੂ ਖਾਲਸੇਦਾਰ राजा जोगी ने फकीर निमाना ਐਸਾ गुरु खालसेदार राजा जोगी ने फकीर निमाना ऐसा गुरु खालसेदार ਰਾਜਾ ਜੋਗੀ ਤੇ ਐਸਾ ਗੁਰੂ जोगी से फकीर निमाना ऐसा गुरु खालसेदार ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਬਹੁਪੱਖੀ ਸ਼ਖਸੀਅਤ ਮਹਾਰਾਜ ਜੀ ਦੀ ਕਿਤਨੀ ਕੁ ਵਡਿਆਈ ਕਰੀਏ, ਕਿਸ ਪੱਖ ਤੋਂ ਪਾਤਸ਼ਾਹ ਜੀ ਦੇ ਜੀਵਨ ਨੂੰ ਵਾਚੀਏ। ਕਿੱਡੀਆਂ ਵੱਡੀਆਂ ਰਹਿਮਤਾਂ ਕਰ ਗਏ ਸਾਡੇ ਸਾਰਿਆਂ ਦੇ ਉੱਤੇ, ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕਰ ਗਏ ਸਾਡੇ ਸਾਰਿਆਂ ਦੇ ਉੱਤੇ। ਔਰ ਨਿਮਰਤਾ ਤੇ ਗਰੀਬੀ ਇਸ ਦਰਜੇ ਤੱਕ ਸਾਧ ਸੰਗਤ ਮਹਾਰਾਜ ਜੀਆਂ ਨੇ ਆਪਣੀ ਬਾਣੀ ਦੇ ਵਿੱਚ ਦਰਸਾਈ ਹੈ, ਜਤਾਈ ਹੈ। ਗਰੀਬ ਨਵਾਜ ਜੀ ਬਚਨ ਕਰਦੇ ਨੇ ਆਪਣੀ ਬਾਣੀ ਦੇ ਵਿੱਚ, ਕਹਿੰਦੇ ਜੀ ਮੈਂ ਹੂੰ ਪਰਮ ਪੁਰਖ ਕੋ ਦਾਸਾ। ਆਪਣੇ ਆਪ ਨੂੰ ਇਹ ਨਹੀਂ ਕਿਹਾ ਵੀ ਮੈਂ ਬਹੁਤ ਵੱਡਾ ਗੁਰੂ ਹਾਂ ਜਾਂ ਮੇਰੀ ਅਵਸਥਾ ਬਹੁਤ ਵੱਡੀ ਹੈ, ਮੈਂ ਇੰਨੇ ਹਜ਼ਾਰਾਂ ਵਰਸਾਂ ਤਪ ਕਰਿਆ ਜਾਂ ਮੈਂ ਇੰਨੀਆਂ ਕੁਰਬਾਨੀਆਂ ਜਾਂ ਕੁਝ ਵੀ ਨਹੀਂ, ਬਿਲਕੁਲ ਨਹੀਂ। ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਗਤ ਦਾ ਇਹ ਤਮਾਸ਼ਾ ਵੇਖਣ ਵਾਸਤੇ ਆਇਆ, ਮੈਂ ਤੇ ਪਰਮ ਪੁਰਖ ਪਰਮਾਤਮਾ ਦਾ ਦਾਸ ਹਾਂ, ਉਹਦੇ ਚਰਨਾਂ ਦਾ ਦਾਸ ਹਾਂ ਮੈਂ। ਮੋਹ ਕੋ ਦਾਸ ਤਵਨ ਕਾ ਜਾਣੋ, ਮੈਨੂੰ ਉਹਦਾ ਦਾਸ ਸਮਝੋ, ਕਹਿੰਦੇ ਮੈਨੂੰ ਉਹਦਾ ਸੇਵਕ ਸਮਝੋ, ਉਸ ਪਰਮਾਤਮਾ ਅਕਾਲ ਪੁਰਖ ਦਾ। ਤੇ ਆਏ ਸੰਸਾਰ ਤੇ ਕਿਸ ਕਾਰਨ ਵਾਸਤੇ, ਕਿ ਉਹਨਾਂ ਦਾ ਆਉਣ ਦਾ ਪ੍ਰਯੋਜਨ ਕੀ ਸੀ। ਹਮ ਇਹ ਕਾਜ ਜਗਤ ਨੂੰ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਨੂੰ ਕਾਇਮ ਕਰਨ ਵਾਸਤੇ ਮਾਰੇ, ਕਹਿੰਦੇ ਸਾਨੂੰ ਭੇਜਿਆ ਗਿਆ ਸੰਸਾਰ ਤੇ, ਧਰਮ ਨੂੰ ਕਾਇਮ ਕਰਨ ਵਾਸਤੇ ਸੰਸਾਰ ਤੇ ਆਏ ਹਾਂ ਅਸੀਂ। ਪਟਨਾ ਸਾਹਿਬ ਦੀ ਧਰਤੀ, ਬਿਹਾਰ ਦਾ ਇਲਾਕਾ, ਅੱਜ ਉਸ ਧਰਤੀ ਦਾ ਨਾਮ ਪਟਨਾ ਸਾਹਿਬ ਹੈ। ਉਸ ਸ਼ਹਿਰ ਦੇ, ਉਸ ਧਰਤੀ ਦੇ ਨਾਮ ਇਤਿਹਾਸ ਦੇ ਵਿੱਚ ਬੜੀ ਬੜੀ ਬਦਲੀ ਹੁੰਦੇ ਗਏ ਨੇ। ਕਦੇ ਉਸ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਨ ਪਾਏ ਸੀ ਤੇ ਉਦੋਂ ਉਸ ਧਰਤੀ ਨੂੰ ਪਟਨਾ ਨਹੀਂ ਸੀ ਆਖਿਆ ਜਾਂਦਾ, ਪਾਕਪਟਨ ਕਿਹਾ ਜਾਂਦਾ ਸੀ। ਕਦੇ ਉਸੇ ਧਰਤੀ ਨੂੰ ਬਿਸ਼ੰਬਰਪੁਰ ਵੀ ਕਿਹਾ ਜਾਂਦਾ ਸੀ। ਪਾਟਲੀ ਪੁੱਤਰ, ਕਈ ਨਾਮਾਂ ਦੇ ਨਾਲ ਇਤਿਹਾਸ ਦੇ ਵਿੱਚ ਉਸ ਸ਼ਹਿਰ ਦਾ ਜ਼ਿਕਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਇੱਥੇ ਆਉਣ ਦਾ ਜ਼ਿਕਰ ਮਿਲਦਾ ਜੀ ਸਾਲਸਰਾਏ ਜੌਹਰੀ ਦੇ ਨਾਲ ਮਿਲਾਪ ਹੋਇਆ ਜਦੋਂ, ਉਹ ਵੀ ਇੱਕ ਬੜਾ ਸੁੰਦਰ ਪ੍ਰਮਾਣ ਹੈ ਜੀ। ਭਾਈ ਮਰਦਾਨੇ ਨੂੰ ਹਜ਼ੂਰ ਮਹਾਰਾਜ
ਇੱਕ ਸਵਾਲ ਦਾ ਜਵਾਬ ਦੇ ਰਹੇ ਸੀ। ਭਾਈ ਮਰਦਾਨੇ ਨੇ ਸਵਾਲ ਕੀਤਾ ਸੀ, ਮਹਾਰਾਜ ਉਪਦੇਸ਼ ਇੱਕੋ ਹੀ ਹੈ, ਸਾਰਿਆਂ ਤੇ ਇੱਕੋ ਜਿਹਾ ਅਸਰ ਕਿਉਂ ਨਹੀਂ ਹੁੰਦਾ? ਕਿਸੇ ਤੇ ਕਿਵੇਂ ਦਾ ਅਸਰ ਹੁੰਦਾ, ਕਿਸੇ ਤੇ ਕਿਵੇਂ ਦਾ, ਇਹ ਫਰਕ ਕਿਉਂ ਹੈ? ਮਹਾਰਾਜ ਕਹਿੰਦੇ ਸਾਰਿਆਂ ਤੇ ਇੱਕੋ ਜਿਹਾ ਅਸਰ ਤਾਂ ਨਹੀਂ ਹੋ ਸਕਦਾ ਕਿਉਂਕਿ ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਹੁੰਦੀ। ਸਾਰਿਆਂ ਦੀ ਬਿਰਤੀ ਇੱਕੋ ਜਿਹੀ ਨਹੀਂ ਤੇ ਅਸਰ ਇੱਕੋ ਜਿਹਾ ਕਿਵੇਂ ਹੋ ਸਕਦਾ ਹੈ? ਜਿਹੋ ਜੀ ਕਿਸੇ ਦੀ ਬੁੱਧ ਦੀ ਪਕੜ ਹੈ ਉਹ ਉਹੋ ਜਿਹਾ ਹੀ ਉਪਦੇਸ਼ ਨੂੰ ਸਮਝੇਗਾ। ਤੇ ਫਿਰ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਸਮਝਾਇਆ ਸੀ ਇਸੇ ਪਾਕਪਟਨ ਦੀ ਧਰਤੀ ਤੇ, ਪਟਨੇ ਦੀ ਧਰਤੀ ਤੇ, ਜਦੋਂ ਇੱਕ ਕੀਮਤੀ ਲਾਲ ਦੇ ਕੇ ਮਹਾਰਾਜ ਨੇ ਭੇਜਿਆ ਸੀ ਸ਼ਹਿਰ ਦੇ ਵਿੱਚ, ਜਾਓ ਇਹਦਾ ਮੁੱਲ ਪਤਾ ਕਰਕੇ ਆਓ। ਭਾਈ ਮਰਦਾਨਾ ਜੀ ਕਈ ਹੱਟੀਆਂ ਤੇ ਗਏ, ਕਿਸੇ ਨੇ 2 ਗਜ ਕੱਪੜਾ ਮੁੱਲ ਪਾਇਆ, ਕਿਸੇ ਨੇ 2 ਸਿਰ ਮਠਿਆਈ ਮੁੱਲ ਪਾਇਆ, ਕਿਸੇ ਨੇ ਸਾਧ ਸੰਗਤ ਜੀ ਕੁਝ ਮੁੱਲ ਪਾਇਆ, ਕਿਸੇ ਨੇ ਕੁਝ ਮੁੱਲ ਪਾਇਆ। ਭਾਈ ਮਰਦਾਨਾ ਜੀ ਵਾਪਸ ਆ ਕੇ ਮੁੜ ਕੇ, ਹਜ਼ੂਰ ਕੋਈ ਖਰੀਦਣ ਵਾਸਤੇ ਤਿਆਰ ਨਹੀਂ ਹੈ। ਮਹਾਰਾਜ ਕਹਿੰਦੇ ਇਹ ਤੇ ਐਵੇਂ ਹੀ ਹੈ ਜੀ, ਇਹ ਤੇ ਐਵੇਂ ਨਹੀਂ, ਤਾਂ ਕੁਝ ਵੀ ਨਹੀਂ, ਇਹ ਤਾਂ ਰੰਗਦਾਰ ਪੱਥਰ ਹੈ ਬਸ, ਹੋਰ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਤੈਨੂੰ ਕੋਈ ਖਰੀਦਦਾਰ ਮਿਲਿਆ ਨਹੀਂ, ਕਦਰਦਾਨ ਪਰਖ ਵਾਲਾ ਮਿਲਿਆ ਨਹੀਂ ਹਜੇ। ਵਿਣ ਗਾਹਕ ਗੁਣ ਵੇਚੀਏ ਤਉ ਗੁਣ ਸਹਿ ਕੋ ਜਾਏ। ਬਾਣੀ ਕਹਿੰਦੀ ਹੈ ਵੀ ਜੇ ਖਰੀਦਣ ਵਾਲੇ ਨੂੰ ਉਹਦੀ ਪਰਖ ਨਾ ਹੋਵੇ, ਜਾਂਚ ਨਾ ਹੋਵੇ, ਤਾਂ ਖਰੀਦਣ ਵਾਲਾ ਕੀਮਤੀ ਚੀਜ਼ ਦਾ ਵੀ ਕੌਡੀਆਂ ਦੇ ਭਾਅ ਮੁੱਲ ਪਾਉਂਦਾ ਹੈ। ਕੀਮਤੀ ਚੀਜ਼ ਨੂੰ ਵੀ ਐਵੇਂ ਹੀ ਸਮਝਦਾ ਵੀ ਐਵੇਂ ਹੀ ਹੈ। ਕਦਰਦਾਨ ਹੀ ਮੁੱਲ ਪਾਇਆ ਕਰਦੇ ਆ। ਮਹਾਰਾਜ ਕਹਿੰਦੇ ਜਾਓ, ਇੱਥੇ ਇੱਕ ਜੌਹਰੀ ਰਹਿੰਦਾ ਸਾਲਸਰਾਏ, ਉਸ ਦਾ ਨਾਮ ਹੈ, ਉਹਨੂੰ ਮਿਲੋ ਜਾ ਕੇ। ਘਰ ਪਤਾ ਕਰਦੇ ਕਰਦੇ ਚਲੇ ਗਏ ਜੀ। ਬੂਹਾ ਖੁੱਲਿਆ, ਸਾਲਸਰਾਏ ਜੌਹਰੀ ਦੇ ਨੌਕਰ ਨੇ ਬੂਹਾ ਖੋਲਿਆ। ਮਰਦਾਨਾ ਜੀ ਪੁੱਛਦੇ ਨੇ ਤੁਸੀਂ ਜੌਹਰੀ ਸਾਹਿਬ ਹੋ? ਕਹਿੰਦੇ ਨਾ ਜੀ ਮੈਂ ਤਾਂ ਉਹਨਾਂ ਦਾ ਨੌਕਰ ਹਾਂ। ਕਹਿੰਦੇ ਜੌਹਰੀ ਸਾਹਿਬ ਕਿੱਥੇ ਨੇ? ਕਹਿੰਦੇ ਅੰਦਰ ਬੈਠੇ ਨੇ, ਆਓ। ਜੌਹਰੀ ਸਾਹਿਬ ਨੂੰ ਆਵਾਜ਼ ਮਾਰੀ, ਸੇਠ ਜੀ ਕੋਈ ਮਹਾਤਮਾ ਲੋਕ ਤੁਹਾਨੂੰ ਮਿਲਣ ਆਏ ਨੇ। ਆਓ ਜੀ, ਜੀ ਆਇਆ, ਬੈਠੋ ਜੀ, ਹੁਕਮ ਕਰੋ ਕੀ ਸੇਵਾ ਕਰੀਏ, ਕੋਈ ਛਕੋਗੇ? ਕਹਿੰਦੇ ਛਕਣ ਛਕਾਉਣ ਦੀ ਗੱਲ ਬਾਅਦ ਵਿੱਚ। ਜੌਹਰੀ ਸਾਹਿਬ ਮੇਰੇ ਗੁਰੂ ਜੀ ਨੇ ਮੇਰੇ ਕੋਲੇ ਤੁਹਾਨੂੰ ਭੇਜਿਆ, ਮੇਰੇ ਕੋਲੇ ਖਿਮਾ ਕਰਿਓ, ਮੇਰੇ ਗੁਰੂ ਜੀ ਨੇ ਮੈਨੂੰ ਤੁਹਾਡੇ ਕੋਲੇ ਭੇਜਿਆ ਹੈ। ਮੈਂ ਤੁਹਾਡੇ ਕੋਲ ਇੱਕ ਬਹੁਤ ਜ਼ਰੂਰੀ ਵਸਤੂ ਲੈ ਕੇ ਆਇਆ ਤੇ ਮੈਂ ਉਹਦਾ ਮੁੱਲ ਪਤਾ ਕਰਨਾ। ਲਿਆਓ ਜੀ, ਦਿਖਾਓ। ਕਹਿੰਦੇ ਜਿਸ ਵੇਲੇ ਉਹਨੇ ਲਾਲ ਸਾਲਸਰਾਏ ਜੌਹਰੀ ਦੀ ਹਥੇਲੀ ਤੇ ਰੱਖਿਆ ਭਾਈ ਮਰਦਾਨੇ ਨੇ, ਤੇ ਜੌਹਰੀ ਨਾ ਉਹ ਲਾਲ ਵੇਖ ਕੇ ਬਹੁਤ ਹੈਰਾਨ ਜਿਹਾ ਹੋ ਕੇ ਆਪਣੇ ਸੇਵਕ ਅਧਰਕੇ ਨੂੰ ਆਵਾਜ਼ ਮਾਰਦਾ, ਬੇਟਾ ਇੱਕ ਚੌਂਕੀ ਲੈ ਕੇ ਆਓ, ਉਹਦੇ ਉੱਤੇ ਸੋਹਣਾ ਕੱਪੜਾ ਵਿਛਾਓ। ਚੌਂਕੀ ਮੰਗਾਈ, ਸੋਹਣਾ ਕੱਪੜਾ, ਉਹਦੇ ਉੱਤੇ ਲਾਲ ਰੱਖਿਆ ਜੀ। ਹੁਣ ਜਾਓ ਤਿਜੋਰੀ ਦੇ ਵਿੱਚੋਂ 100 ਮੋਹਰ ਕੱਢ ਕੇ ਲੈ ਕੇ ਆਓ। ਭਾਈ ਮਰਦਾਨਾ ਜੀ ਕਹਿੰਦੇ ਜੀ ਮੈਂ ਹਲੇ ਵੇਚਣਾ ਨਹੀਂ ਹੈ, ਮੈਂ ਤਾਂ ਸਿਰਫ ਮੁੱਲ ਪਤਾ ਕਰਨਾ ਹੈ। ਕਹਿੰਦੇ ਜੀ ਮੈਂ ਇਹਨੂੰ ਖਰੀਦ ਨਹੀਂ ਰਿਹਾ, ਮੈਂ ਤੇ ਸਿਰਫ ਇਹਦੇ ਦਰਸ਼ਨਾਂ ਦੀ ਭੇਟਾ ਰੱਖ ਰਿਹਾ। ਕਹਿੰਦੇ ਦਰਸ਼ਨਾਂ ਦੀ ਭੇਟਾ? ਕਹਿੰਦੇ 100 ਮੋਹਰ? ਕਹਿੰਦੇ ਹਾਂ। ਕਹਿੰਦੇ ਸਾਡੇ ਬਜ਼ੁਰਗਾਂ ਨੇ ਇਹ ਗੱਲ ਕਹੀ ਸੀ ਵੀ ਇਸ ਕਿਸਮ ਦਾ ਲਾਲ ਜੇ ਕਦੇ ਤੁਹਾਨੂੰ ਜ਼ਿੰਦਗੀ 'ਚ ਦਰਸ਼ਨ ਕਰਨ ਵੀ ਮਿਲ ਜਾਣ ਨਾ, ਤਾਂ ਉਹਦੇ ਦਰਸ਼ਨਾਂ ਦੀ ਭੇਟਾ 100 ਮੋਹਰ ਰੱਖਿਓ। ਕਮਾਲ ਦੀ ਬਾਤ ਹੈ, ਚੀਜ਼ ਉਹੀ ਹੈ। ਉਹ ਵੀ ਲੋਕ ਇਸੇ ਸ਼ਹਿਰ 'ਚ ਵਸਦੇ ਨੇ ਜਿਹੜੇ ਕਹਿੰਦੇ ਨੇ ਤਾਂ ਐਵੇਂ ਰੰਗਦਾਰ ਪੱਥਰ ਹੈ, ਇਹਦਾ ਕੀ ਆਉਣਾ ਹੈ। ਚਲੋ ਤੁਹਾਡਾ ਆਇਆਂ ਦਾ ਸਤਿਕਾਰ ਕਰ ਦਿੰਦੇ ਆ ਵੀ ਤੁਸੀਂ ਐਂ ਕਰੋ ਵੀ ਤੁਸੀਂ 2 ਸਿਰ ਮਿੱਠਾ ਲੈ ਜਾਓ, ਕੋਈ ਕਹਿੰਦਾ 2 ਗਜ ਕੱਪੜਾ ਲੈ ਜਾਓ, ਤੇ ਤੁਸੀਂ ਇਹਦਾ ਮੁੱਲ ਪਾ ਰਹੇ ਹੋ 100 ਮੋਹਰ ਸੋਨੇ ਦੀ ਦਰਸ਼ਨਾਂ ਦੀ ਭੇਟਾ। ਮੁੱਲ ਤਾਂ ਹਜੇ ਦੱਸਿਆ ਹੀ ਨਹੀਂ ਤੁਸੀਂ ਕੁਝ ਵੀ। ਕਹਿੰਦੇ ਮੁੱਲ ਮੈਂ ਦੱਸ ਹੀ ਨਹੀਂ ਸਕਦਾ, ਇਹ ਤਾਂ ਐਡਾ ਕੀਮਤੀ ਹੈ ਵੀ ਸਾਰੇ ਦੇਸ਼ ਦੇ ਜੌਹਰੀ ਇਕੱਠੇ ਹੋਣ, ਉਹਨਾਂ ਦੀ ਸਭਾ ਲੱਗੀ ਹੋਵੇ, ਉਸ ਸਭਾ ਦੇ ਵਿੱਚ ਬੈਠਿਆਂ ਇਹਦਾ ਮੁੱਲ ਨੀਅਤ ਹੋ ਸਕਦਾ ਹੈ, ਤੇ ਮੇਰੇ ਕੋਲ ਇੰਨੀ ਦੌਲਤ ਵੀ ਨਹੀਂ ਹੈ ਵੀ ਮੈਂ ਇਹਦਾ ਮੁੱਲ ਤਾਰ ਸਕਾਂ, ਐਡਾ ਕੀਮਤੀ ਹੈ ਇਹ। ਤਾਂ ਬਹੁਤ ਦੁਰਲੱਭ ਹੀਰਾ ਹੈ, ਬਹੁਤ ਦੁਰਲੱਭ ਲਾਲ ਹੈ, ਇਹ ਤੁਹਾਨੂੰ ਕਿੱਥੋਂ ਮਿਲਿਆ? ਕਹਿੰਦੇ ਜੀ ਮੇਰੇ ਗੁਰੂ ਜੀ ਨੇ ਦਿੱਤਾ ਹੈ। ਕਿੱਥੇ ਨੇ? ਸ਼ਹਿਰੋਂ ਬਾਹਰ ਬੈਠੇ ਆ। ਹੁਣ ਸਾਲਸਰਾਏ ਜੌਹਰੀ ਆਪਣੇ ਸੇਵਕ ਧਰਕੇ ਨੂੰ ਨਾਲ ਲੈ ਕੇ ਅਨੇਕ ਤਰ੍ਹਾਂ ਦੇ ਪਦਾਰਥ, ਪਕਵਾਨ, ਛਕਣ ਛਕਾਉਣ ਵਾਲੇ ਭੋਜਨ ਲੈ ਕੇ ਨਾਲ ਤੇ ਮਹਾਰਾਜ ਦੇ ਚਰਨਾਂ ਵਿੱਚ ਆਇਆ। ਭਾਈ ਮਰਦਾਨੇ ਨੇ ਨਾਲੇ ਉਹ 100 ਮੋਹਰਾਂ ਦੀ ਥੈਲੀ ਵੀ ਰੱਖਤੀ, ਨਾਲੇ ਲਾਲ ਵੀ ਰੱਖਤਾ। ਮਹਾਰਾਜ ਕਹਿੰਦੇ ਇਹ ਕੀ?
ਮਰਦਾਨਾ ਜੀ ਤੁਹਾਨੂੰ ਕਿਹਾ ਸੀ ਵੀ ਇਹ ਵੇਚਣਾ ਨਹੀਂ ਹਜੇ। ਮਹਾਰਾਜ ਮੈਂ ਵੇਚਿਆ ਨਹੀਂ। ਤੇ ਫਿਰ ਮੋਹਰਾਂ ਕਹਿੰਦੇ ਜੀ ਇਹਦੇ ਦਰਸ਼ਨਾਂ ਦੀ ਭੇਟ। ਮਹਾਰਾਜ ਕਹਿੰਦੇ ਇਹੀ ਤੂੰ ਪਹਿਲਾਂ ਲੈ ਕੇ ਗਿਆ ਸੀ, ਤੂੰ ਕਹਿੰਦਾ ਸੀ ਵੀ ਲੋਕੀ ਕਹਿੰਦੇ ਨੇ ਤਾਂ ਐਵੇਂ ਹੀ ਹੈ, ਇਹਦਾ ਕੋਈ ਮੁੱਲ ਨਹੀਂ ਸੀ ਪਾਉਂਦਾ, ਹੁਣ ਤੂੰ ਦਰਸ਼ਨਾਂ ਦੀ ਭੇਟਾ ਲਈ ਆਇਆ। ਮਹਾਰਾਜ ਹਾਂ ਇਹੀ ਤੇ ਮੇਰੀ ਸਮਝ ਤੋਂ ਬਾਹਰ ਹੈ ਵੀ ਇੱਕ ਨਾ ਨੇ ਇਹਦਾ ਮੁੱਲ ਕੋਈ ਨਹੀਂ ਪਾਇਆ, ਇੱਕ ਨੇ ਦਰਸ਼ਨਾਂ ਦੀ ਭੇਟਾ ਵੀ ਰੱਖਤੀ ਵੀ ਚੀਜ਼ ਉਹੀ ਹੈ। ਮਹਾਰਾਜ ਕਹਿੰਦੇ ਬਸ ਤੈਨੂੰ ਇਹ ਗੱਲ ਸਮਝਾਉਣੀ ਹੋਈ ਸੀ ਵੀ ਉਪਦੇਸ਼ ਉਹੀ ਹੁੰਦਾ ਹੈ, ਜਿਹੜੇ ਕਦਰਦਾਨ ਨਹੀਂ ਹੁੰਦੇ ਉਹ ਉਪਦੇਸ਼ ਨੂੰ ਐਵੇਂ ਹੀ ਗਵਾ ਲੈਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਹੀ ਗਵਾ ਲੈਂਦੇ ਨੇ, ਉਹਨਾਂ ਦੀ ਸਮਝ ਵਿੱਚ ਨਹੀਂ, ਅਸਰ ਨਹੀਂ ਹੁੰਦਾ ਉਹਨਾਂ ਤੇ, ਅਸਰ ਨਹੀਂ ਕਬੂਲਦੇ ਹੁੰਦੇ। ਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਉਹ ਉਪਦੇਸ਼ ਦੀ ਕਮਾਈ ਕਰਦੇ ਨੇ। ਦਾਤਾ ਤੁਹਾਡੀ ਸਾਰ ਨਹੀਂ ਮੈਂ ਜਾਣ ਸਕਦਾ, ਤੁਹਾਡੇ ਸਮਝਾਉਣ ਦਾ ਢੰਗ ਵੱਖਰਾ, ਤਰੀਕਾ ਵੱਖਰਾ ਹੈ। ਮਹਾਰਾਜ ਕਹਿੰਦੇ ਮਰਦਾਨਾ ਜੀ ਪਰਮੇਸ਼ਰ ਦਾ ਨਾਮ ਬਹੁਤ ਕੀਮਤੀ ਹੈ, ਪਰ ਇਸ ਸੰਸਾਰ ਦੇ ਲੋਕ ਸਾਰੇ ਉਸ ਨਾਮ ਦੀ ਕੀਮਤ ਨਹੀਂ ਜਾਣਦੇ। ਸਾਈਂ ਨਾਮ ਅਮੋਲ ਕੀਮ ਨਾ ਕੋਈ। ਆਪਾਂ ਪੜ੍ਹਦੇ ਹਾਂ ਨਾ ਜੀ ਬਾਣੀ ਦੇ ਵਿੱਚ, ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਹੈ ਤਾਂ ਕੀਮਤੀ ਪਰਮੇਸ਼ਰ ਦਾ ਨਾਮ, ਪਰ ਕੀਮਤ ਜਾਣੇ ਕੌਣ, ਜਿਹਨੂੰ ਕਦਰ ਹੋਵੇ। ਜਿਹੜੇ ਕੌਡੀਆਂ ਖਰੀਦਣ ਵਾਲੇ ਜੀ ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਕੌਡੀਆਂ ਖਰੀਦਣ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਾ ਸਾਰ ਜਾਣਦੇ। ਲਾਲਾਂ ਦੀ ਸਾਰ ਨਹੀਂ ਜਾਣ ਸਕਦੇ ਉਹ ਜਿਹੜੇ ਕੌਡੀਆਂ ਦੇ ਵਪਾਰੀ ਹੋਣ। ਕੱਚ ਦੇ ਵਪਾਰੀ ਸੱਚ ਦੀ ਕਦਰ ਨਹੀਂ ਜਾਣ ਸਕਦੇ। ਹੁਣ ਮਹਾਰਾਜ ਜੀ ਸਾਲਸਰਾਏ ਜੌਹਰੀ ਨੂੰ ਮੁਖਾਤਬ ਹੋ ਕੇ ਕਹਿੰਦੇ, ਜੌਹਰੀ ਸਾਹਿਬ ਤੁਹਾਡੀ ਨਿਗਾਹ ਦੇ ਵਿੱਚ ਇਹ ਲਾਲ ਕਿੰਨਾ ਕੁ ਕੀਮਤੀ? ਕਹਿੰਦੇ ਮਹਾਰਾਜ ਐ ਸਮਝੀਏ ਵੀ ਇਹਦੇ ਨਾਲੋਂ ਕੀਮਤੀ, ਇਹਦੇ ਨਾਲੋਂ ਮਹਿੰਗਾ ਤਾਂ ਹੋਣਾ ਨਹੀਂ ਕੁਛ ਵੀ, ਬਹੁਤ ਕੀਮਤੀ, ਬਹੁਤ ਮਹਿੰਗਾ ਹੈ। ਮਹਾਰਾਜ ਕਹਿੰਦੇ ਵੀ ਇਹਦੇ ਨਾਲੋਂ ਵੀ ਕੋਈ ਕੀਮਤੀ ਚੀਜ਼ ਹੈ, ਇਹਦੇ ਨਾਲੋਂ ਵੀ ਕੀਮਤੀ ਵਸਤੂ ਹੈ। ਮਹਾਰਾਜ ਮੈਂ ਨਹੀਂ ਜਾਣਦਾ ਵੀ ਇਦੋਂ ਕੀਮਤੀ ਹੋਰ ਕੁਝ ਹੋਵੇ। ਮਹਾਰਾਜ ਕਹਿੰਦੇ ਜਾਣਕਾਰੀ ਤੋਂ ਬਿਨਾ ਉਹ ਕੀਮਤੀ ਚੀਜ਼ ਐਵੇਂ ਹੀ ਜਾ ਰਹੀ ਹੈ। ਮਹਾਰਾਜ ਉਹ ਕਿਹੜੀ ਵਸਤੂ ਹੈ? ਮਹਾਰਾਜ ਕਹਿੰਦੇ ਆਪਣੇ ਸਵਾਸ ਨੇ ਜਿਹੜੇ ਕਿਸੇ ਵੀ ਮੁੱਲ ਮਿਲਦੇ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਵਾਸ ਨੇ ਆਪਣੇ, ਇਹਨਾਂ ਨੂੰ ਸਫਲ ਕਰਨਾ ਚਾਹੀਦਾ ਹੈ। ਨਾਮ ਤੋਂ ਬਿਨਾਂ ਨਿਸਫਲ ਜਾ ਰਹੇ ਹੈ। ਸਾਲਸਰਾਏ ਜੌਹਰੀ ਦੇ ਐਸੀ ਮਨ ਤੇ ਚੋਟ ਵੱਜੀ, ਬੈਰਾਗ ਉਪਜਿਆ, ਬੇਨਤੀ ਕਰੀ ਮਹਾਰਾਜ ਕਿਰਪਾ ਕਰੋ, ਨਗਰ ਦੇ ਵਿੱਚ ਚਰਨ ਪਾਓ। ਸਾਲਸਰਾਏ ਜੌਹਰੀ ਦੇ ਪ੍ਰੇਮ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜ ਜੀ ਸਾਧ ਸੰਗਤ
ਸਾਲਸਰਾਏ ਜੌਹਰੀ ਦੀ ਹਵੇਲੀ ਪਹੁੰਚਦੇ ਐ। ਬੇਅੰਤ ਸੰਗਤਾਂ ਉੱਥੇ ਮਹਾਰਾਜ ਦੇ ਦਰਸ਼ਨ ਕਰਦੀਆਂ। ਕਈ ਦਿਨ ਮਹਾਰਾਜ ਇੱਥੇ ਰਹਿੰਦੇ ਐ। ਜਾਣ ਲਈ ਜਿਸ ਵੇਲੇ ਹਜੂਰ ਬਚਨ ਕਰਦੇ ਐ ਤਾਂ ਜੌਹਰੀ ਬਹੁਤ ਵਿਰਾਗ ਕਰਦਾ ਹੈ ਵੀ ਮਹਾਰਾਜ ਆਪ ਜੀ ਤੋਂ ਬਿਨਾਂ ਅਸੀਂ ਕਿਵੇਂ ਰਹਾਂਗੇ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਜਾਤ। ਵੀ ਮਹਾਰਾਜ ਕਿਰਪਾ ਕਰੋ, ਇੱਥੇ ਰਹੋ, ਸੰਗਤਾਂ ਨੂੰ ਤਾਰੋ ਇੱਥੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਸਾਡਾ ਜਾਣਾ ਬੜਾ ਜ਼ਰੂਰੀ ਹੈ, ਅਸੀਂ ਇੱਥੇ ਪੱਕਾ ਨਹੀਂ ਰਹਿ ਸਕਦੇ। ਜੌਹਰੀ ਕਹਿੰਦਾ ਜੀ ਜੇ ਜਾਣਾ ਤੇ ਬਚਨ ਕਰੋ, ਮੁੜ ਕੇ ਫੇਰ ਆਉਂਗੇ। ਮਹਾਰਾਜ ਕਹਿੰਦੇ ਇਹ ਬਚਨ ਵੀ ਕਿਵੇਂ ਕਰ ਦਈਏ, ਕੀ ਪਤਾ ਸਮੇਂ ਦਾ। ਤੇਰੇ ਨਾਲ ਬਚਨ ਕਰ ਜੀਏ ਤਾਂ ਸਾਥੋਂ ਮੁੜ ਕੇ ਆ ਨਾ ਹੋਵੇ, ਫਿਰ ਬਚਨਾਂ ਤੋਂ ਝੂਠੇ ਪੈਣ ਵਾਲੀ ਗੱਲ ਹੈ। ਤੇ ਜਿਹੜਾ ਪੂਰਾ ਹੁੰਦਾ ਹੈ ਉਹਦਾ ਬਚਨ ਕਦੇ ਵੀ ਅਧੂਰਾ ਨਹੀਂ ਰਹਿੰਦਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਬਚਨਾਂ ਦੇ ਬਲੀ ਵੱਡੇ ਸੂਰਮੇ ਜੀ। ਬਚਨਾਂ ਦੇ ਬਲੀ ਵੱਡੇ ਸੂਰਮੇ ਜੀ। ਸਤਿਗੁਰ ਬਚਨਾਂ ਦੇ ਬਲੀ ਵੱਡੇ ਸੂਰਮੇ ਜੀ। ਸਤਿਗੁਰ ਬਚਨਾਂ ਦੇ ਬਲੀ ਵੱਡੇ ਸੂਰਮੇ ਜੀ। ਸਤਿਗੁਰ ਬਚਨਾਂ ਦੇ ਬਲੀ ਬਚਨ ਕੇ ਬਲੀ, ਬਚਨਾਂ ਦੇ ਬਲੀ ਹੁੰਦੇ ਆ ਪੂਰੇ ਸਾਰੇ। ਝੂਠਾ ਬਚਨ ਕਿਸ ਤਰ੍ਹਾਂ ਸਾਧ ਸੰਗਤ ਕਹਿੰਦੇ, ਮਹਾਰਾਜ ਕਹਿੰਦੇ ਕਿਵੇਂ ਕਰ ਦਈਏ। ਸਮੇਂ ਦਾ ਕੀ ਪਤਾ ਮੁੜ ਕੇ ਇੱਧਰ ਨਾ ਆਏ, ਬਚਨ ਤੋਂ ਝੂਠੇ ਪੈਣ ਵਾਲੀ ਗੱਲ ਹੋ ਜੂ। ਮਹਾਰਾਜ ਤੁਸੀਂ ਸਮਰੱਥ ਹੋ, ਜੇ ਤੁਸੀਂ ਬਚਨ ਕਰੋਗੇ ਤੇ ਤੁਸੀਂ ਸਮਾਂ ਵੀ ਆਪੇ ਬਣਾ ਲੈਣਾ। ਇਹਦੇ ਪ੍ਰੇਮ ਦੇ ਵੱਜਿਆ ਹੋਇਆਂ ਨੇ ਫਿਰ ਬਚਨ ਕਰਿਆ ਸੀ, ਕਹਿੰਦੇ ਆਵਾਂਗੇ ਜ਼ਰੂਰ ਪਰ ਐਸ ਜਾਮੇ 'ਚ ਨਹੀਂ ਆਵਾਂਗੇ। 10ਵੇਂ ਜਾਮੇ ਦੇ ਵਿੱਚ ਤੇਰੇ ਇਸ ਘਰ ਦੇ ਵਿੱਚ ਸਾਡਾ ਅਵਤਾਰ ਹੋਊਗਾ, ਆਉਣਾ ਹੋਊਗਾ। ਇਸ ਘਰ ਵਿੱਚ ਅਵਤਾਰ ਲੈ ਕੇ ਸਾਡਾ ਬਚਪਨ ਦਾ ਸਮਾਂ ਜਿਹੜਾ ਬਹੁਤਾ ਸਮਾਂ ਇੱਥੇ ਬੀਤੂਗਾ। ਵਚਨ ਕਰਨਾ ਕਰੂ ਜਮਾਨਾ ਯਾਦ, ਐਸੀ ਪ੍ਰੀਤ ਨਿਭਾਵਾਂਗੇ। ਤੇਰੇ ਪ੍ਰੇਮ ਦੇ ਵੱਜੇ 10ਵੇਂ ਜਾਮੇ ਜੀ। ਕਰੂ ਜਮਾਨਾ ਯਾਦ, ਐਸੀ ਪ੍ਰੀਤ ਨਿਭਾਵਾਂਗੇ। ਕਰੂ ਜਮਾਨਾ ਯਾਦ, ਐਸੀ ਪ੍ਰੀਤ ਨਿਭਾਵਾਂਗੇ। ਪ੍ਰੀਤ ਨਿਭਾਵਾਂਗੇ। ਕਰੂ ਜਮਾਨਾ ਯਾਦ, ਐਸੀ ਪ੍ਰੀਤ ਨਿਭਾਵਾਂਗੇ। ਕਰੂ ਜਮਾਨਾ ਯਾਦ,
ਬਚਨ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਕਹਿੰਦੇ 10ਵਾਂ ਜਾਮਾ ਸਾਡਾ ਅਵਤਾਰ ਹੀ ਇੱਥੇ ਹੋਇਆ। ਤੇ ਫਿਰ ਪਵਿੱਤਰ ਪਟਨੇ ਦੀ ਧਰਤੀ ਤੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀਆਂ ਦਾ ਆਗਮਨ ਹੋਇਆ। ਧੰਨ ਮਾਤਾ ਗੁਜਰ ਕੌਰ ਜੀ, ਧੰਨ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਪਨ ਦੇ ਚੋਜ ਜਦੋਂ ਆਪਾਂ ਪਟਨਾ ਸਾਹਿਬ ਦੇ ਵਾਚਦੇ ਹਾਂ ਜੀ, ਗੁਰੂ ਮਹਾਰਾਜ ਜੀਆਂ ਦੇ ਆਉਣ ਦੀ ਖਬਰ ਸੈਯਦ ਭੀਖਣ ਸ਼ਾਹ ਵਰਗੇ ਜਿਹੜੇ ਆਤਮਦਰਸ਼ੀ ਮਹਾਂਪੁਰਖ ਸਨ। ਇੱਥੇ ਧਰਮਾਂ ਮਜ਼੍ਹਬਾਂ ਪੰਥਾਂ ਦੇ ਝਗੜਿਆਂ ਦੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਨੇ ਜੀ, ਮੰਨੈ ਸਗਲ ਭਵਨ ਕੀ ਸੁਧ। ਨਾਮ ਜਪਣ ਵਾਲਿਆਂ ਦੀ ਇਹ ਅਵਸਥਾ ਹੁੰਦੀ ਹੈ। ਚਲੋ ਖੈਰ, ਸਾਡੀ ਤਾਂ ਉਹ ਅਵਸਥਾ ਨਹੀਂ ਹੈ, ਨਹੀਂ ਤਾਂ ਉਹਦੇ ਬਾਰੇ ਕੋਈ ਡੂੰਘਾਈ ਦੇ ਨਾਲ ਬਚਨ ਬੇਨਤੀ ਵਿਚਾਰ ਕਰ ਸਕਦੇ। ਪਰ ਜੋ ਆਤਮਦਰਸ਼ੀ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਜੋ ਕੁਝ ਪਤਾ ਲੱਗਿਆ ਹੈ, ਉਹਦੇ ਨਾਲ ਇਹੀ ਅਨੁਭਵ ਹੋਇਆ ਹੈ ਵੀ ਜਿਹੜੇ ਆਤਮਦਰਸ਼ੀ ਮਹਾਂਪੁਰਖ ਹੁੰਦੇ ਆ, ਜਿਨ੍ਹਾਂ ਦੀ ਦਿਵ ਦ੍ਰਿਸ਼ਟ ਖੁੱਲੀ ਹੁੰਦੀ ਹੈ, ਜਿਵੇਂ ਆਪਾਂ ਇਹਨਾਂ ਅੱਖਾਂ ਦੇ ਨਾਲ ਸਾਹਮਣੇ ਆਉਣ ਵਾਲੀ ਹਰੇਕ ਚੀਜ਼ ਵੇਖ ਸਕਦੇ ਹਾਂ, ਆਤਮਦਰਸ਼ੀ ਮਹਾਂਪੁਰਸ਼ ਆਪਣੇ ਅੰਦਰਲੀਆਂ ਅੱਖਾਂ ਦੇ ਨਾਲ ਹਜ਼ਾਰਾਂ ਮੀਲਾਂ ਦੂਰ ਬੈਠੇ ਕੀ ਹੋ ਰਿਹਾ ਹੈ ਸਭ ਕੁਝ ਦੇਖਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜ਼ਾਹਰ ਕਰਨ ਨਾ ਕਰਨ, ਉਹ ਉਹਨਾਂ ਦੀ ਆਪਣੀ ਮੌਜ ਹੈ। ਕਿਸੇ ਦੇ ਬੱਝੇ ਨਹੀਂ ਹੁੰਦੇ ਉਹ ਵੀ ਕਿਸੇ ਦੇ ਕਹਿਣ ਤੇ ਦੱਸ ਦੇਣ, ਬਿਲਕੁਲ ਨਹੀਂ। ਆਤਮਦਰਸ਼ੀ ਮਹਾਂਪੁਰਸ਼ਾਂ ਦੀ ਅਵਸਥਾ ਤੇ ਬਾਣੀ ਲਿਖਦੀ ਹੈ ਨਾ ਜੀ, ਮੰਨੈ ਸਗਲ ਭਵਨ ਕੀ ਸੁਧ। ਨਾਮ ਨੂੰ ਮੰਨਣ ਵਾਲਿਆਂ ਦੀ ਅਵਸਥਾ ਸਗਲ ਭਵਨ ਕੀ ਸੁਧ। ਸਾਰੇ ਪਾਸੇ ਕੀ ਹੋ ਰਿਹਾ ਉਹਨਾਂ ਨੂੰ ਗਿਆਨ, ਉਹਨਾਂ ਨੂੰ ਸੋਝੀ ਹੋ ਜਾਂਦੀ ਹੈ, ਆਪਣੇ ਆਪ ਹੀ ਪਤਾ ਲੱਗ ਜਾਂਦਾ। ਤੇ ਹੁਣ ਪਿਆਰਿਓ, ਸੈਯਦ ਭੀਖਣ ਸ਼ਾਹ ਵਰਗਿਆਂ ਨੇ ਅੰਮ੍ਰਿਤ ਵੇਲੇ ਸਮਾਧੀ ਵਿੱਚ ਬੈਠਿਆਂ ਨੇ ਜਦੋਂ ਦੇਖਿਆ, ਦਰਸ਼ਨ ਕੀਤੇ, ਤੇ ਇੱਕਦਮ ਖੁਸ਼ੀ ਦੇ ਵਿੱਚ ਆਸਣ ਤੇ ਬੈਠੇ ਉੱਠੇ ਤੇ ਚੜ੍ਹਦੇ ਵਾਲੇ ਪਾਸੇ ਨੂੰ ਪਟਨਾ ਸਾਹਿਬ ਵੱਲ ਨੂੰ ਮੂੰਹ ਕਰਕੇ ਮੱਥਾ ਟੇਕਿਆ। ਤੇ ਜਿਹੜਾ ਮੁਰੀਦ ਸੇਵਾ ਵਿੱਚ ਖਲੋਤਾ ਸੀ ਉਹ ਕਹਿੰਦਾ, ਸਾਈਂ ਜੀ ਠੀਕ ਹੋ? ਕਹਿੰਦੇ ਹਾਂ ਬਿਲਕੁਲ ਠੀਕ ਆ। ਕਹਿੰਦੇ ਸਾਈਂ ਜੀ ਫਿਰ ਏਡਾ ਵੱਡਾ ਭੁਲੇਖਾ ਕਿਵੇਂ ਲੱਗ ਗਿਆ? ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਤੁਸੀਂ ਅੱਜ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਸਿਜਦਾ ਕੀਤਾ ਹੈ। ਉਲਟ ਦਿਸ਼ਾ ਵਿੱਚ। ਕਹਿੰਦੇ ਕਿਵੇਂ? ਕਹਿੰਦੇ ਜੀ ਆਪਾਂ ਤਾਂ ਲਹਿੰਦੇ ਵਾਲੇ ਪਾਸੇ ਨੂੰ, ਪੱਛਮ ਵਾਲੇ ਪਾਸੇ ਨੂੰ ਸਿਜਦਾ ਕਰਦੇ ਆਂ, ਤੇ ਤੁਸੀਂ ਚੜ੍ਹਦੇ ਵਾਲੇ ਪਾਸੇ ਨੂੰ ਸਿਜਦਾ ਕਿਉਂ ਕੀਤਾ? ਕਹਿੰਦੇ ਐ ਬੱਚਾ, ਜਿਸ ਅੱਲਾ ਦਾ ਘਰ ਆਪਾਂ ਲਹਿੰਦੇ ਵਾਲੇ ਪਾਸੇ ਸਮਝ ਕੇ ਤੇ ਅੱਲਾ ਨੂੰ ਲਹਿੰਦੇ ਵਾਲੇ ਪਾਸੇ ਰਹਿੰਦਾ ਵਸਦਾ ਜਾਣ ਕੇ ਮੱਥਾ ਟੇਕਦੇ ਆ ਨਾ, ਅੱਜ ਉਸ ਅੱਲਾ ਦਾ ਨੂਰ ਸੰਸਾਰ ਦੇ ਭਲੇ ਵਾਸਤੇ ਪੰਜ ਭੂਤਕ ਜਾਮਾਂ ਪਹਿਨ ਕੇ ਪਟਨੇ ਦੀ ਧਰਤੀ ਤੇ ਪ੍ਰਗਟ ਹੋਇਆ, ਤੇ ਮੈਂ ਉਹਨੂੰ ਮੱਥਾ ਟੇਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਉਹਨੂੰ ਸਿਜਦਾ ਕੀਤਾ, ਪਟਨੇ ਦੀ ਧਰਤੀ ਤੇ ਪ੍ਰਗਟ ਹੋਇਆ। ਉਹਨੇ ਆਪਣੇ ਨਾਲ ਦੇ ਮੁਰੀਦ ਵੀ ਸੱਦ ਲਏ, ਸਾਰੇ ਸੇਵਕ ਇਕੱਠੇ ਹੋ ਕੇ ਕਹਿੰਦੇ, ਸਾਈਂ ਜੀ ਤੁਹਾਡੀ ਅਵਸਥਾ ਬੜੀ ਉੱਚੀ ਹੈ, ਸਾਡੀ ਉਹ ਅਵਸਥਾ ਨਹੀਂ। ਤੁਸੀਂ ਇੱਥੇ ਬੈਠਿਆਂ ਹੀ ਆਪਣੀ ਸਮਾਧੀ ਦੇ ਵਿੱਚ, ਆਪਣੇ ਧਿਆਨ ਦੇ ਵਿੱਚ ਉਸ ਅੱਲਾ ਦੇ ਨੂਰ ਦੇ ਦਰਸ਼ਨ ਕਰ ਲਏ। ਤੇ ਜੇ ਇਹ ਭੇਦ ਸਾਡੇ ਅੱਗੇ ਖੋਲਿਆ ਹੀ, ਤੇ ਕਿਰਪਾ ਕਰਕੇ ਸਾਨੂੰ ਵੀ ਦਰਸ਼ਨ ਕਰਾ ਦਿਓ, ਸਾਡਾ ਵੀ ਜਨਮ ਸਫਲਾ ਹੋ ਜਾਏ। ਸਾਈਂ ਜੀ ਕਹਿੰਦੇ ਹਾਂ ਜ਼ਰੂਰ ਦਰਸ਼ਨ ਕਰਾਵਾਂਗੇ। ਆਪਾਂ ਚੱਲੀਏ ਉਸ ਧਰਤੀ ਤੇ ਜਿੱਥੇ ਉਹ ਅੱਲਾ ਦਾ ਨੂਰ ਪ੍ਰਗਟ ਹੋਇਆ ਹੈ, ਆਪਾਂ ਜਾ ਕੇ ਦਰਸ਼ਨ ਕਰੀਏ। ਵਾਹ ਪਟਨੇ ਦੀ ਇਹ ਧਰਤੀ ਏ, ਤੈਨੂੰ ਸੀਸ ਝੁਕਾਵਾਂ। ਜਿੱਥੇ ਗੋਬਿੰਦ ਖੇਡਿਆ ਉਹ ਧਨ ਨੇ ਥਾਵਾਂ। ਧਨ ਧਰਤੀ ਪਟਨਾ ਸਾਹਿਬ ਦੀ। ਇੱਕ ਵਾਰੀ ਪ੍ਰੇਮ ਦੇ ਵਿੱਚ ਉਸ ਧਰਤੀ ਨੂੰ ਨਮਸਕਾਰ ਕਰਦੇ ਹੋਏ ਪ੍ਰੇਮ ਦੇ ਨਾਲ ਜੀ, ਧਨ ਧਰਤੀ ਪਟਨਾ ਸਾਹਿਬ ਦੀ, ਧਰਤੀ ਪਟਨਾ ਸਾਹਿਬ ਦੀ, ਧਰਤੀ ਪਟਨਾ ਸਾਹਿਬ ਦੀ, ਧਨ ਧਰਤੀ ਪਟਨਾ ਸਾਹਿਬ ਦੀ, ਧਰਤੀ ਪਟਨਾ ਸਾਹਿਬ ਦੀ। ਗੁਰੂ ਗੋਬਿੰਦ ਸਿੰਘ ਆਏ, ਧਰਤੀ ਪਟਨਾ ਸਾਹਿਬ ਦੀ, ਧਰਤੀ ਪਟਨਾ ਸਾਹਿਬ ਦੀ। ਗੋਬਿੰਦ ਸਿੰਘ ਆਏ,
ਸਾਹਿਬ ਜੀ ਧਰਤੀ ਪਟਨਾ ਸਾਹਿਬ ਜੀ ਧਰਤੀ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਆਏ ਧਰਤੀ ਪਟਨਾ ਸਾਹਿਬ ਜੀ ਧਰਤੀ ਪਟਨਾ ਸਾਹਿਬ ਜੀ। ਧਰਤੀ ਪਟਨੇ ਦੀ ਸਾਧ ਸੰਗਤ ਕਲਗੀਧਰ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਫਿਰ ਸੈਯਦ ਭੀਖਣ ਸ਼ਾਹ ਜੀ ਪਟਨਾ ਸਾਹਿਬ ਪੁੱਜਦੇ ਆ। ਮੁਰੀਦਾਂ ਨੇ ਸਵਾਲ ਕੀਤਾ ਸੀ ਵੀ ਜੇ ਹਿੰਦੂਆਂ ਦੇ ਰਾਖੇ ਹੋਣਗੇ ਜਾਂ ਮੁਸਲਮਾਨਾਂ ਦੇ, ਤੇ ਸਾਈਂ ਜੀ ਕਹਿੰਦੇ ਸੀ ਤੇ ਪੁੱਛ ਕੇ ਹੀ ਦੱਸ ਸਕਦਾ, ਉਹਨਾਂ ਦੀ ਮੌਜ ਹੈ ਕਿਹਦੀ ਰਾਖੀ ਕਰਨੀ ਉਹਨਾਂ ਨੇ। ਤੇ ਇਤਿਹਾਸ ਤੁਸੀਂ ਸੁਣਦੇ ਹੋ ਜੀ ਵੀ ਫਕੀਰ ਜੀ ਫਿਰ 2 ਕੁੱਜੀਆਂ ਲੈ ਕੇ ਗਏ, ਨਿਸ਼ਾਨੀ ਰੱਖੀ ਐਸ ਕੁੱਜੀ ਨੂੰ ਹੱਥ ਲਾਉਣਗੇ ਹਿੰਦੂਆਂ ਦੇ ਰਾਖੇ, ਐਸ ਕੁੱਜੀ ਨੂੰ ਹੱਥ ਲਾਉਣਗੇ ਤੇ ਮੁਸਲਮਾਨਾਂ ਦੇ ਰਾਖੇ। ਤੇ ਜਦੋਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ ਇਹ ਸਵਾਲ ਰੱਖਿਆ ਮਹਾਰਾਜ ਦੇ ਅੱਗੇ, ਦੋਵੇਂ ਕੁੱਜੀਆਂ ਅੱਗੇ ਕਰ ਦਿੱਤੀਆਂ। ਮਹਾਰਾਜ ਜੀਆਂ ਨੇ ਨਿੱਕੇ ਨਿੱਕੇ ਦੋਵੇਂ ਹੱਥ ਕੱਢੇ ਤੇ ਦੋਵੇਂ ਕੁੱਜੀਆਂ ਦੇ ਉੱਤੇ ਰੱਖ ਦਿੱਤੇ। ਕਿਸੇ ਇੱਕ ਦੇ ਨਹੀਂ, ਅਸੀਂ ਸਾਰਿਆਂ ਦੇ ਸਾਂਝੇ ਹਾਂ, ਸਾਰਿਆਂ ਦੇ ਸਾਂਝੇ। ਤੇ ਸੱਚਮੁੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮੁੱਚਾ ਜੀਵਨ ਪੜ੍ਹ ਕੇ ਵੇਖ ਲੈਣਾ। ਕੋਈ ਅਗਿਆਨਤਾ ਬਸ ਜਾਣਕਾਰੀ ਨਾ ਹੋਣ ਕਰਕੇ ਜੇ ਕੋਈ ਕਵੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਸਲਮਾਨਾਂ ਨਾਲ ਵੈਰ ਸੀ, ਮੁਸਲਮਾਨਾਂ ਨਾਲ ਵੈਰ ਸੀ, ਤਾਂ ਕਦੇ ਵਿਚਾਰ ਕੇ ਇਤਿਹਾਸ ਪੜ੍ਹਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜਿਹੜੇ ਆਨੰਦਪੁਰ ਨੂੰ ਘੇਰਾ ਪਾਈ ਬੈਠੇ ਸੀ ਉਹ ਵੀ ਮੁਸਲਮਾਨ ਹੀ ਸਨ। ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸਾਧ ਸੰਗਤ ਜੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ, ਵਜੀਦ ਖਾਂ ਵਰਗੇ ਵੀ ਮੁਸਲਮਾਨ ਹੀ ਸਨ, ਕੋਈ ਸ਼ੱਕ ਨਹੀਂ। ਪਰ ਸਾਧ ਸੰਗਤ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਆਪਣੇ ਮੋਢਿਆਂ ਤੇ ਪਲਗਾ ਚੱਕ ਕੇ ਉੱਚ ਦੇ ਪੀਰ ਬਣਾ ਕੇ ਲੈ ਕੇ ਜਾਣ ਵਾਲੇ ਗਨੀ ਖਾਨ ਤੇ ਨਬੀ ਖਾਨ ਵੀ ਮੁਸਲਮਾਨ ਹੀ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵੀ ਮੁਸਲਮਾਨ ਹੀ ਸੀਗੇ। ਤੇ ਉਹਨਾਂ ਦੇ ਪ੍ਰਤੀ ਨਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਸੀ ਸਿੱਖ ਪੰਥ ਦੇ ਨਾਂ ਹੁਕਮਨਾਮਾ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਇਹ ਜੋ ਗਨੀ ਖਾਨ ਤੇ ਨਬੀ ਖਾਨ ਹਨ ਇਹ ਸਾਡੇ ਫਰਜ਼ੰਦ ਹਨ, ਵੀ ਮੇਰੇ ਪੁੱਤਰ ਨੇ। ਇਹ ਕਿੱਥੇ ਰਹਿ ਗਿਆ ਵੈਰ ਮੁਸਲਮਾਨਾਂ ਦੇ ਨਾਲ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਾਂਝੇ ਸੀ, ਸਾਰਿਆਂ ਦੇ ਸਾਂਝੇ। ਸਾਰੇ ਧਰਮਾਂ ਦਾ ਸਤਿਕਾਰ ਸੀ ਮਹਾਰਾਜ ਦੇ ਹਿਰਦੇ ਦੇ ਵਿੱਚ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਭਾਈ ਨੰਦ ਲਾਲ ਜੀ ਮਹਾਨ ਵਿਦਵਾਨ, ਜਿਨ੍ਹਾਂ ਵਰਗਾ ਵਿਦਵਾਨ ਕਦੇ ਕਦੇ ਸੰਸਾਰ ਤੇ ਪੈਦਾ ਹੁੰਦਾ ਹੈ, ਮਹਾਨ ਵਿਦਵਾਨ। ਤੇ ਉਹਨਾਂ ਨੇ ਕੁਰਾਨ ਦੀ ਕਿਸੇ ਆਇਤ ਦੇ ਜਾਂ ਉਹਨਾਂ ਦੇ ਕਿਸੇ ਧਰਮ ਦੀ ਕਿਸੇ ਗੱਲ ਦੇ ਉਹਨਾਂ ਨੇ ਅਰਥ ਕੀਤੇ ਸੀ ਜੀ। ਸ਼ਹਿਜ਼ਾਦੇ ਨੂੰ ਪੜ੍ਹਾਉਂਦੇ ਸੀ, ਸ਼ਹਿਜ਼ਾਦਾ ਮੁਅੱਜ਼ਮ ਨੂੰ, ਤੇ ਉਹਨਾਂ ਨੇ ਅਰਥ ਕੀਤੇ। ਭਾਈ ਨੰਦ ਲਾਲ ਦੇ ਕੀਤੇ ਅਰਥ ਜਦੋਂ ਔਰੰਗਜ਼ੇਬ ਨੇ ਸੁਣੇ, ਕਹਿੰਦਾ ਕਮਾਲ ਦੀ ਬਾਤ ਹੈ, ਐਡਾ ਵੱਡਾ ਫਾਰਸੀ ਦਾ ਵਿਦਵਾਨ, ਐਡਾ ਵੱਡਾ ਜਾਣਕਾਰ ਫਾਰਸੀ ਦਾ, ਇੰਨੀ ਡੂੰਘਾਈ ਤੱਕ ਫਾਰਸੀ ਨੂੰ ਸਮਝਣ ਵਾਲਾ ਇਹ ਇੱਕ ਹਿੰਦੂ ਨਹੀਂ ਰਹਿਣਾ ਚਾਹੀਦਾ, ਇਹਨੂੰ ਮੁਸਲਮਾਨ ਬਣਾਓ। ਹਿੰਦੂ ਨਹੀਂ ਰਹਿਣਾ ਚਾਹੀਦਾ, ਇਹਨੂੰ ਮੁਸਲਮਾਨ ਬਣਾਓ। ਜੇ ਬਣਦਾ ਹੈ ਖੁਸ਼ੀ ਨਾਲ ਬਹੁਤ ਚੰਗੀ ਗੱਲ ਹੈ, ਜੇ ਨਹੀਂ ਬਣਦਾ ਤਾਂ ਇਹਨੂੰ ਕਤਲ ਕਰ ਦਿਓ। ਹਿੰਦੂਆਂ ਦੇ ਵਿੱਚ ਐਡਾ ਵੱਡਾ ਵਿਦਵਾਨ ਨਹੀਂ ਰਹਿਣਾ ਚਾਹੀਦਾ। ਤੇ ਸ਼ਹਿਜ਼ਾਦੇ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਉਸਤਾਦ ਨੂੰ ਹੁਣ ਜਾਂ ਤਾਂ ਮੁਸਲਮਾਨ ਬਣਨਾ ਪਊ ਤੇ ਜਾਂ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ, ਉਹਨੇ ਦੱਸਿਆ ਨੰਦ ਲਾਲ ਜੀ ਨੂੰ ਵੀ ਆਹ ਗੱਲ ਹੋਣ ਵਾਲੀ ਹੈ। ਉਹ ਕਹਿੰਦੇ ਕੋਈ ਐਸਾ ਥਾਂ ਦੱਸ ਜਿੱਥੇ ਮੇਰੇ ਧਰਮ ਨੂੰ ਕੋਈ ਖਤਰਾ ਨਾ ਹੋਵੇ, ਜਿੱਥੇ ਮੈਂ ਆਪਣਾ ਧਰਮ ਕਮਾ ਸਕਾਂ, ਧਰਮ ਦੇ ਵਿੱਚ ਰਹਿ ਕੇ ਮੈਂ ਸੇਵਾ ਕਰ ਸਕਾਂ, ਜਿੱਥੇ ਔਰੰਗਜ਼ੇਬ ਦਾ ਜ਼ੋਰ ਨਾ ਚੱਲਦਾ ਹੋਵੇ। ਕਹਿੰਦੇ ਜੇ ਫਿਰ ਇਹੋ ਜਿਹਾ ਥਾਂ ਦੇਖਣਾ ਤਾਂ ਫਿਰ ਇੱਕੋ ਹੀ ਥਾਂ ਹੈ, ਉਹ ਹੈ ਸ੍ਰੀ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਚਲਿਆ ਜਾ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਬਣ ਗਿਆ ਉਹਨੂੰ ਫਿਰ ਔਰੰਗਜ਼ੇਬ ਕੋਲੋਂ ਡਰਨ ਦੀ ਕੋਈ ਲੋੜ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਭਾਈ ਨੰਦ ਲਾਲ ਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆ ਗਏ ਸੀ। ਕਈ ਵਾਰੀ ਆਪਾਂ ਨਾ ਪਿਆਰ ਦੇ ਵਿੱਚ ਜਦੋਂ ਭਾਈ ਨੰਦ ਲਾਲ ਜੀ ਦਾ ਨਾਮ ਲੈਂਦੇ ਆ ਤੇ ਆਪਾਂ ਭਾਈ ਨੰਦ ਲਾਲ ਸਿੰਘ ਕਹਿ ਦਿੰਦੇ ਹਾਂ। ਅਸਲ ਵਿੱਚ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਆਪ ਦਾ ਧਰਮ ਬਚਾਉਣ ਖਾਤਰ ਤੇ ਅਨੰਦਪੁਰ ਸਾਹਿਬ ਆਏ ਸੀ। ਤੇ ਜੇ ਆਪਾਂ ਕਹੀਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਨੰਦ ਲਾਲ ਨੂੰ ਕਿਹਾ ਸੀ ਵੀ ਤੂੰ ਅੰਮ੍ਰਿਤ ਛਕ, ਫਿਰ ਅਨੰਦਪੁਰ ਸਾਹਿਬ ਆਉਣ ਦਾ ਉਹਨੂੰ ਕੀ ਫਾਇਦਾ ਹੋਇਆ? ਧਰਮ ਤਾਂ ਉਹਦਾ ਫੇਰ ਬਦਲੀ ਹੋ ਗਿਆ।
ਭਾਈ ਨੰਦ ਲਾਲ ਜੀ ਆਪ ਦੇ ਧਰਮ ਦੇ ਵਿੱਚ ਪੱਕੇ ਸਨ ਤੇ ਪਿਆਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿਰੇ ਦਾ ਕੀਤਾ, ਹੱਦ ਦਰਜੇ ਦਾ ਕੀਤਾ। ਉਹ ਵੀ ਇੱਕ ਹਿੰਦੂ ਸਨ ਜੀ, ਕਿਸੇ ਨਾਲ ਵੈਰ ਨਹੀਂ, ਕਿਸੇ ਧਰਮ ਦੇ ਵਿਰੋਧੀ ਨਹੀਂ ਸੀ ਗੁਰੂ ਸਾਹਿਬ ਮਹਾਰਾਜ। ਮਹਾਰਾਜ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ। ਵੇਖੋ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਜੀ। ਗੁਰੂ ਨਾਨਕ ਦੇ ਘਰ ਵਿੱਚ ਆਉਣ ਵਾਲੇ ਨੂੰ ਕਦੇ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ। ਦੁਨੀਆ ਦੇ ਬਹੁਤ ਧਰਮ ਸਥਾਨ ਐਸੇ ਨੇ ਜਿੱਥੇ ਐਂਟਰ ਹੋਣ ਵੇਲੇ ਐਂਟਰ ਹੋਣ ਵਾਲੇ ਦੀ ਜਾਤ ਵੀ ਪੁੱਛੀ ਜਾਂਦੀ ਹੈ ਤੇ ਧਰਮ ਵੀ ਪੁੱਛਿਆ ਜਾਂਦਾ ਹੈ। ਜੇ ਜਾਤ ਤੇ ਧਰਮ ਉਹਨਾਂ ਦੇ ਅਨੁਸਾਰ ਹੋਵੇ ਤਾਂ ਜਾਣ ਦਿੰਦੇ ਨੇ, ਨਹੀਂ ਤਾਂ ਕੋਈ ਅੰਦਰ ਨਹੀਂ ਵੜਨ ਦਿੰਦਾ। ਪਰ ਮਹਾਰਾਜ ਦੇ ਘਰ ਵਿੱਚ ਐਸਾ ਕਦੇ ਨਹੀਂ ਹੁੰਦਾ। ਇੱਥੇ ਜਿਸ ਦਰੀ ਦੇ ਉੱਤੇ, ਜਿਸ ਮੈਟ ਦੇ ਉੱਤੇ ਇੱਕ ਸ਼ਹਿਨशाह ਬੈਠਦਾ, ਆ ਕੇ ਬਾਦਸ਼ਾਹ ਬੈਠਦਾ, ਅਮੀਰ ਬੰਦਾ ਬੈਠਦਾ, ਉਹਦੇ ਬਰੋਬਰ ਹੀ ਆ ਕੇ ਇੱਕ ਗਰੀਬ ਕੰਗਾਲ ਬੈਠ ਸਕਦਾ। ਉਹਨੂੰ ਕੋਈ ਨਹੀਂ ਉਠਾਏਗਾ ਵੀ ਤੂੰ ਇੱਥੇ ਬੈਠਣ ਦੇ ਕਾਬਿਲ ਨਹੀਂ। ਦੁਨੀਆ ਦੀਆਂ ਜਿੰਨੀਆਂ ਕੌਮਾਂ, ਜਿੰਨੇ ਮਜ਼ਹਬ ਨੇ, ਆਪਣਾ ਭਲਾ ਸਾਰੇ ਮੰਗਦੇ ਆ, ਆਪਣਿਆਂ ਦਾ ਭਲਾ ਸਾਰੇ ਮੰਗਦੇ ਆ, ਪਰ ਇੱਕ ਗੁਰੂ ਨਾਨਕ ਦਾ ਘਰ ਹੈ ਜਿੱਥੇ ਹਰ ਵੇਲੇ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਇਹ ਸਾਰਿਆਂ ਦਾ ਸਾਂਝਾ ਘਰ ਹੈ, ਸਾਰਿਆਂ ਦਾ ਸਾਂਝਾ ਦਰ ਹੈ। ਇੱਥੇ ਕਿਸੇ ਦੀ ਵੀ ਸਾਧ ਸੰਗਤ ਜੀ ਬੁਰਾਈ ਨਹੀਂ ਕੀਤੀ ਜਾਂਦੀ, ਸਭ ਦਾ ਭਲਾ ਮੰਗਿਆ ਜਾਂਦਾ। ਗੁਰੂ ਕਲਗੀਧਰ ਮਹਾਰਾਜ ਸਭ ਦੇ ਸਾਂਝੇ। ਸੈਯਦ ਭੀਖਣ ਸ਼ਾਹ ਜੀ ਨੇ ਬਚਪਨ ਦੇ ਵਿੱਚ ਮਹਾਰਾਜ ਜੀ ਨੂੰ ਨਿੱਕੇ ਹੁੰਦਿਆਂ ਨੂੰ ਇਹ ਕੁੰਜੀਆਂ ਰੱਖ ਕੇ ਸਵਾਲ ਵੀ ਮਹਾਰਾਜ ਕਿਹਦੇ ਹੋ ਤੁਸੀਂ, ਕਿਹਦੀ ਰੱਖਿਆ ਕਰੋਗੇ? ਤੇ ਜਦੋਂ ਦੋਵੇਂ ਕੁੰਜੀਆਂ ਤੇ ਹੱਥ ਰੱਖ ਦਿੱਤਾ ਸੀ ਤੇ ਸਾਈਂ ਜੀ ਦੁਬਾਰਾ ਨਮਸਕਾਰ ਕਰਦੇ ਹੋਏ ਆਪਣੇ ਮੁਰੀਦਾਂ ਨੂੰ ਕਹਿੰਦੇ ਨੇ, ਸੁਣੋ ਜੋ ਜਵਾਬ ਆਇਆ ਹੈ, ਇਹ ਜਿਹੜੇ ਅੱਲਾ ਦਾ ਨੂਰ ਪ੍ਰਗਟ ਹੋਏ ਨੇ ਇਹ ਸਾਰੀ ਦੁਨੀਆ ਦੇ ਸਾਂਝੇ ਨੇ, ਕਿਸੇ ਇੱਕ ਦੇ ਨਹੀਂ, ਸਾਰੀ ਦੁਨੀਆ ਦੇ ਸਾਂਝੇ। ਇਹ ਕਿਸੇ ਖਾਸ ਪ੍ਰਯੋਜਨ ਵਾਸਤੇ ਸੰਸਾਰ ਤੇ ਆਏ ਨੇ, ਧਰਮ ਦੀ ਰੱਖਿਆ ਕਰਨ ਵਾਸਤੇ, ਪਾਪੀਆਂ ਦਾ ਵਿਨਾਸ਼ ਕਰਨ ਵਾਸਤੇ ਸੰਸਾਰ ਤੇ ਆਏ ਨੇ। ਇਹਨਾਂ ਦਾ ਆਉਣਾ ਐਵੇਂ ਨਹੀਂ ਹੈ। ਤੇ ਹੁਣ ਇਸ ਪਟਨਾ ਸਾਹਿਬ ਦੀ ਧਰਤੀ ਤੇ ਜਿਹੜੇ ਕੌਤਕ ਵਾਪਰੇ ਨੇ, ਭਾਈ ਗੁਰਦਾਸ ਸਾਹਿਬ ਜੀ ਨੇ, ਭਾਈ ਗੁਰਦਾਸ ਸਿੰਘ ਜੀ, ਇੱਕ ਤੇ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਹੋਏ ਨਾ ਜੀ, ਇੱਕ ਭਾਈ ਗੁਰਦਾਸ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਹੋਏ। 40 ਵਾਰਾਂ ਭਾਈ ਗੁਰਦਾਸ ਜੀ ਦੀਆਂ, 41ਵੀਂ ਵਾਰ ਜਿਹੜੀ ਭਾਈ ਗੁਰਦਾਸ ਸਿੰਘ ਜੀ ਦੀ ਹੈ ਉਹਨਾਂ ਵਾਰਾਂ ਦੇ ਨਾਲ ਹੀ ਲਿਖੀ ਹੋਈ ਉਸੇ ਪੋਥੀ ਦੇ ਵਿੱਚ। ਜਿਹੜਾ ਤੁਸੀਂ ਬਚਨ ਬਹੁਤ ਵਾਰੀ ਪੜ੍ਹਦੇ ਹੋ ਜੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਹ ਭਾਈ ਗੁਰਦਾਸ ਸਿੰਘ ਦਾ ਲਿਖਿਆ ਗਿਆ। ਆਓ ਮਹਾਰਾਜ ਜੀ ਦੇ ਬਾਰੇ ਉਹਨਾਂ ਨੇ ਬੜਾ ਸੁੰਦਰ ਲਿਖਿਆ ਜੀ। ਉਹ ਗੁਰ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਉਹ ਗੁਰ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ ਜੀ ਅਵਤਾਰਾ। ਗੁਰ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ ਜੀ ਅਵਤਾਰਾ। ਜਿਨੇ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ, ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ ਜੀ ਕਰਤਾਰਾ। ਜਿਨੇ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ, ਜਪਿਓ ਕਰਤਾਰਾ ਜੀ ਕਰਤਾਰਾ। ਪੰਥ ਚਲਾਇਓ ਖਾਲਸਾ, ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਤੇਜ ਕਰਾਰਾ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਤੇਜ ਕਰਾਰਾ। ਕੇਸ ਧਾਰ ਗਹਿ ਖੜਗ ਕੋ ਸਭ ਦੁਸ਼ਟ ਪਛਾਰਾ, ਕੇਸ ਧਾਰ
धार कह खड़ग को सब दुष्ट पछाड़ा, दुष्ट पछाड़ा खड़ग को हम दुष्ट प्रचारा, खड़ग को सब दुष्ट प्रचारा, दुष्ट प्रचारा। शील जात की काछ पहर पकड़ो हथियारा, शील जात की काछ पहर की काछ पैर पकड़ो हथियारा, दिल जात की काछ पैर पकड़ो हथियारा, जी हथियारा। फतेह बुलाई गुरु की जीते रण पारा, फतेह बुलाई गुरु की जीते रण पारा, रण पारा गुरु की जीत्यो रण पारा, फतेह बुलाई गुरु की जीत्यो रण पारा, जी रण पारा। सब दैत अरिन को घेर कर कियो प्रहारा, दैत अरिन को घेर कर कियो प्रहारा, जी प्रहारा सब दैत अरिन को घेर कर कीजे प्रहारा, दैत अरिन को घेर कर कीजे प्रहारा, जी प्रहारा। जब सहजे प्रगट्यो जगत में गुर जाप उचारा, सहजे प्रगट्यो जगत में गुर जाप अपारा, जी अपारा जब सहजे प्रगट्यो जगत में गुर जाप अपारा, सहजे प्रगट्यो जगत में गुर जाप अपारा, जाप अपारा। उपजे सिंह भुजंगीए नीलंबर तारा, उपजे सिंह भुजंगीए नीलंबर तारा, हाजी तारा उपजे सिंह भुजंगीए नीलंबर तारा, उपजे सिंह भुजंगीए नीलंबर तारा, अंबर तारा। दुष्ट सब शय किए हर नाम उचारा, दुष्ट सब शय किए हर नाम उचारा, जी उचारा दुष्ट सब शय किए हर नाम उचारा, दुष्ट सब शय किए हर नाम उचारा, नाम उचारा। आगे कोई न ठहरियो भागे सिरदारा, आगे कोई न ठहरियो भागे सिरदारा, जी सिरदारा आगे कोई न ठहरियो आगे सिरदारा, आगे कोई न ठहरियो आगे सिरदारा, जी सिरदारा। शाह मीरड़े होए सब शारा, राजे शाह मीरड़े होए सब शारा, हाजी शारा राजे शाह मीरड़े होए सब शारा, राजे शाह मीरड़े होए सब शारा, जी सब शारा। फिर सुन कर ऐसी धमक को कांपे गिर पारा, सुन कर ऐसी धमक को कांपे गिर पारा, जी गिर पारा सुन कर ऐसी धमक को कांपे गिर पारा, सुन कर ऐसी धमक को कांपे गिर पारा, जी गिर पारा। अब सब धरती हल
ਚੱਲ ਪਈ ਛਾੜੇ ਘਰ ਬਾਰਾ ਇਉਂ ਐਸੇ ਧੁੰਦ ਕਲੇਸ਼ ਮੈਂ ਖਪਿਓ ਸੰਸਾਰਾ ਜੀ ਸੰਸਾਰਾ ਧਰਤੀ ਚੱਲ ਪਈ ਛਾੜੇ ਘਰ ਬਾਰਾ ਐਸੇ ਧੁੰਦ ਕਲੇਸ਼ ਮੈਂ ਖਪਿਓ ਸੰਸਾਰਾ ਜੀ ਸੰਸਾਰਾ ਬਿਨ ਸਤਿਗੁਰ ਕੋਈ ਹੈ ਨਹੀਂ ਭਵ ਕਾਟਣ ਹਾਰਾ ਬਿਨ ਸਤਿਗੁਰ ਕੋਈ ਹੈ ਨਹੀਂ ਪੈ ਕਾਟਣ ਹਾਰਾ ਕਾਟਣ ਹਾਰਾ ਬਿਨ ਸਤਿਗੁਰ ਕੋਈ ਹੈ ਨਹੀਂ ਪੈ ਕਾਟਣ ਹਾਰਾ ਬਿਨ ਸਤਿਗੁਰ ਕੋਈ ਹੈ ਨਹੀਂ ਪੈ ਕਾਟਣ ਹਾਰਾ ਕਾਟਣ ਹਾਰਾ ऐसे खड़ग दिखायन को सकै न चेला ऐसे खड़ग दिखायन को सकै न चेला सकै न चेला ऐसे खड़ग दिखाई है को सके न चिला ऐसे खड़ग दिखाई है को सके न चिला सके न चिला वाह वाह गोबिंद सिंह आपे गुर चेला वाह वाह गोबिंद सिंह आपे गुर चेला हाजी चेला वाह गोबिंद सिंह आपे गुर चेला गोबिंद सिंह आपे गुर चेला गुर चेला ਗੋਬਿੰਦ ਸਿੰਘ ਆਪੇ ਗੁਰੂ ਚੇਲਾ ਐਸੇ ਸਤਿਗੁਰੂ ਪ੍ਰੀਤ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ ਸਭ ਦੇ ਸਾਂਝੇ ਸਤਿਗੁਰੂ ਤੇ ਪਟਨੇ ਦੀ ਧਰਤੀ ਤੇ ਕੀਤੇ ਹੋਏ ਚੋਜ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਬਚਪਨ ਦੇ ਵਿੱਚ ਜੰਗੀ ਕਰਤੱਵ ਵਿਖਾਉਂਦੇ ਸਾਧ ਸੰਗਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਣੇ ਨਾਲ ਦੇ ਬੱਚਿਆਂ ਦੀਆਂ ਢਾਣੀਆਂ ਬਣਾ ਲੈਂਦੇ ਟੋਲੀਆਂ ਬਣਾ ਲੈਂਦੇ ਨਕਲੀ ਜੰਗਾਂ ਲੜਦੇ ਆਉਣ ਵਾਲੇ ਸਮੇਂ ਦਾ ਜਿਵੇਂ ਅਭਿਆਸ ਕਰ ਰਹੇ ਹੋ ਗੁਲੇਲਾਂ ਚਲਾਉਣੀਆਂ ਤੀਰ ਚਲਾਉਣੇ ਇਹ ਬਚਪਨ ਦੀਆਂ ਖੇਡਾਂ ਸੀ ਬਾਦਸ਼ਾਹ ਦੀਆਂ ਇੱਥੇ ਨਾ ਜੀ ਮਹਾਰਾਜ ਜੀਆਂ ਦੇ ਪਿਆਰ ਦੇ ਵਿੱਚ ਇੱਕ ਪੰਡਤ ਸ਼ਿਵਦੱਤ ਜੀ ਜਿਹੜੇ ਸ੍ਰੀ ਰਾਮਚੰਦਰ ਜੀ ਦੇ ਉਪਾਸ਼ਕ ਸਨ ਬੜੀ ਭਗਤੀ ਵਾਲੀ ਰੂਹ ਸੀ ਇਹ ਤੇ ਇਹਨੇ ਨਾ ਮਹਾਰਾਜ ਜੀਆਂ ਦੇ ਪਿਆਰ ਦੇ ਵਿੱਚ ਬਹੁਤ ਅੰਦਰੋਂ ਅਰਦਾਸਾਂ ਕਰਨੀਆਂ ਵੀ ਮਹਾਰਾਜ ਇਹ ਲੱਗਦਾ ਹੈ ਵੀ ਤੁਸੀਂ ਸ੍ਰੀ ਰਾਮ ਜੀ ਦਾ ਰੂਪ ਹੋ ਤੇ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਆ ਕੇ ਤੇ ਇਹਨੇ ਗੰਗਾ ਦੇ ਕੰਢੇ ਨਾ ਜੀ ਇਸ਼ਨਾਨ ਕਰਕੇ ਤੇ ਬੈਠਾ ਹੋਣਾ ਸਵੇਰ ਦੇ ਸਮੇਂ ਸਮਾਧੀ ਲਾ ਕੇ ਯਾਦ ਕਰਦਾ ਹੋਣਾ ਸ੍ਰੀ ਰਾਮ ਜੀ ਦੀ ਉਪਾਸਨਾ ਕਰਦਾ ਸੀ ਇਹ ਯਾਦ ਕਰਨਾ ਜੀ ਇਹਨੇ ਵੇਖੋ ਜਦੋਂ ਪ੍ਰੇਮ ਦੀ ਗੱਲ ਆਉਂਦੀ ਹੈ ਨਾ ਜੀ ਬਾਣੀ ਦੇ ਵਿੱਚ ਮੱਛੀ ਤੇ ਪਾਣੀ ਦੀ ਪ੍ਰੀਤ ਦੀ ਵੀ ਗੱਲ ਆਉਂਦੀ ਹੈ ਭੰਵਰੇ ਦੀ ਤੇ ਫੁੱਲ ਦੀ ਪ੍ਰੀਤ ਦੀ ਵੀ ਗੱਲ ਆਉਂਦੀ ਹੈ ਚੰਦਰਮਾ ਤੇ ਚਕੋਰ ਦੀ ਪ੍ਰੀਤ ਦੀ ਵੀ ਗੱਲ ਆਉਂਦੀ ਹੈ ਚੱਕਵੀ ਤੇ ਸੂਰਜ ਦੀ ਪ੍ਰੀਤ ਦੀ ਵੀ ਗੱਲ ਆਉਂਦੀ ਹੈ ਪਤੰਗੇ ਦੀ ਤੇ ਦੀਵੇ ਦੀ ਲੋ ਦੀ ਵੀ ਗੱਲ ਆਉਂਦੀ ਹੈ ਪਰ ਇਹ ਜਿੰਨੀਆਂ ਵੀ ਪ੍ਰੀਤਾਂ ਨੇ ਇਹ ਇੱਕ ਅੰਗੀ ਪ੍ਰੀਤ ਹੈ ਓਨਲੀ ਵਨ ਸਾਈਡ ਇੱਕ ਪਾਸੜ ਪ੍ਰੇਮ ਹੈ ਇਹ ਮੱਛੀ ਪਾਣੀ ਤੋਂ ਜੁਦਾ ਹੋ ਕੇ ਪ੍ਰਾਣ ਤਿਆਗ ਦਿੰਦੀ ਹੈ ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ ਭੰਵਰਾ ਜਿਹੜਾ ਹੈ ਫੁੱਲ ਦੇ ਵਿੱਚ ਕੈਦ ਹੋ ਕੇ ਆਪਦੀ ਜਾਨ ਦੇ ਦਿੰਦਾ ਪਰ ਫੁੱਲ ਨੂੰ ਕੋਈ ਫਰਕ ਨਹੀਂ ਪੈਂਦਾ ਚਕੋਰ ਜਾਨ ਦੇ ਸਕਦੀ ਹੈ ਪਰ ਚੰਦਰਮਾ ਨੂੰ ਕੋਈ ਫਰਕ ਨਹੀਂ ਪੈਂਦਾ ਚੱਕਵੀ ਜਾਨ ਦੇ ਸਕਦੀ ਹੈ ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ ਲਾਟ ਦੇ ਉੱਤੇ ਪਤੰਗਾ ਸੜ ਮਰਦਾ ਲਾਟ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦ ਗੁਰੂ ਦੀ ਤੇ ਸਿੱਖ ਦੀ ਪ੍ਰੀਤ ਦੀ ਗੱਲ ਆਉਂਦੀ ਹੈ ਤੇ ਸਾਧ ਸੰਗਤ ਜੀ ਇਹ ਇੱਕ ਅੰਗੀ ਪ੍ਰੀਤ ਨਹੀਂ ਹੈ ਇਹ ਜੇ ਸਿੱਖ ਇੱਕ ਪੈਰ ਪੱਟਦਾ ਗੁਰੂ ਵੱਲ ਨੂੰ ਪ੍ਰੇਮ ਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਤੂੰ ਇੱਕ ਪੈਰ ਪੱਟ ਤੇਰਾ ਗੁਰੂ ਤੇਰੇ ਵੱਲ ਕਰੋੜ ਕਦਮ ਅੱਗੇ ਆਏਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਤੇ ਸਿੱਖ ਨੂੰ ਇੰਨਾ ਪਿਆਰ ਕਰਦਾ ਜਿੰਨੀ ਖਿੱਚ ਜਗਿਆਸੂ ਦੇ ਅੰਦਰ ਹੈ
ਜਿੰਨੀ ਖਿੱਚ ਇੱਕ ਪਿਆਰ ਕਰਨ ਵਾਲੇ ਗੁਰੂ ਦੇ ਪਿਆਰੇ ਦੇ ਵਿੱਚ ਹੈ, ਮਹਾਰਾਜ ਉਹਦੇ ਨਾਲੋਂ ਜ਼ਿਆਦਾ ਉਹਨੂੰ ਪਿਆਰ ਕਰਦੇ ਆ, ਉਹਦੇ ਨਾਲੋਂ ਵੱਧ ਕੇ ਪਿਆਰ ਕਰਦੇ ਆ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ, ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ ਤੇ। ਹੁਣ ਇਹ ਅੰਦਰਲੀ ਬਾਤ ਹੈ, ਇਹਨੂੰ ਅੱਖਰਾਂ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਅਵਸਥਾ ਹੀ ਇਹੋ ਜਿਹੀ ਹੈ, ਅੱਖਰਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਨੂੰ ਵੀ। ਉਹ ਪ੍ਰੀਤ ਕਿਹੋ ਜਿਹੀ ਹੁੰਦੀ ਹੈ, ਉਹ ਪਿਆਰ ਕਿਹੋ ਜਿਹਾ ਹੁੰਦਾ ਹੈ, ਉਹ ਖਿੱਚ ਕਿਹੋ ਜਿਹੀ ਹੁੰਦੀ ਹੈ। ਇਹ ਅਨੁਭਵ ਦੀਆਂ ਬਾਤਾਂ ਨੇ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨੇ ਲਾ ਕੇ ਨਾ ਮਿੱਠੀ ਹੈ। ਤੇ ਹੁਣ ਇਹ ਅੰਦਰੋਂ ਜੁੜਿਆ ਹੋਇਆ ਪੰਡਿਤ ਸ਼ਿਵਦੱਤ, ਤੇ ਯਾਦ ਕਰਿਆ ਕਰੇ, ਦਰਸ਼ਨ ਦਿਓ, ਕਿਰਪਾ ਕਰੋ। ਬਿਰਹੋਂ ਦੇ ਵਿੱਚ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨ ਉਪਜੈ, ਸੋ ਤਨ ਜਾਣ ਮਸਾਨ। ਯਾਦ ਕਰਿਆ ਕਰੇ ਮਹਾਰਾਜ ਜੀ ਨੂੰ। ਤੇ ਹੁਣ ਇਹ ਅੰਦਰਲੀ ਹਾਲਤ ਨੂੰ ਸਤਿਗੁਰੂ ਤਾਂ ਜਾਣਦਾ ਨਾ ਜੀ। ਮੇਰੇ ਸਤਿਗੁਰ ਬਾਝੋਂ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ। 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 ਸਤਿਗੁਰ ਬਾਝੋਂ ਜੀ, ਸਤਿਗੁਰ ਬਾਝੋਂ ਜੀ, ਹੋਰ ਕੌਣ ਦਿਲਾਂ ਦੀਆਂ ਜਾਣੇ। ਸਤਿਗੁਰੂ ਜਾਣਦਾ ਹੈ। ਪੰਡਿਤ ਸ਼ਿਵਦੱਤ ਜੀ ਯਾਦ ਕਰਦੇ, ਤੇ ਮਹਾਰਾਜ ਇੱਕ ਦਿਨ ਨਾਲ ਦੇ ਬਾਲਕਾਂ ਨੂੰ ਕਹਿੰਦੇ ਆਓ ਆਪਾਂ ਗੰਗਾ ਦੇ ਕਿਨਾਰੇ ਤੇ ਖੇਡੀਏ। ਲੈ ਆਏ ਨਾਲ ਗੰਗਾ ਦੇ ਕਿਨਾਰੇ ਤੇ ਨਾਲ ਦੇ ਬਾਲਕਾਂ ਨੂੰ ਖੇਡੇ ਪਾ ਕੇ, ਤੇ ਆਪ ਮਹਾਰਾਜ ਟਹਿਲਦੇ ਟਹਿਲਦੇ ਇੱਥੇ ਆ ਗਏ ਜਿੱਥੇ ਪੰਡਿਤ ਜੀ ਬੈਠੇ ਸੀ ਸਮਾਧੀ ਲਾ ਕੇ। ਚੌਂਕੜਾ ਲੱਗਿਆ ਹੋਇਆ, ਨੇਤਰ ਬੰਦ ਨੇ। ਹਜੂਰ ਮਹਾਰਾਜ ਪੰਡਿਤ ਜੀ ਦੇ ਲਾਗੇ ਲਾਗੇ ਘੁੰਮ ਰਹੇ ਨੇ, ਮੁਸਕਰਾਉਂਦੇ ਨੇ ਕਦੇ ਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਪੰਡਿਤ ਜੀ ਦੇ ਸਾਹਮਣੇ ਖੜੇ ਹੋ ਗਏ ਆ ਕੇ, ਤੇ ਆਵਾਜ਼ ਦਿੱਤੀ। ਨਾਲੇ ਯਾਦ ਕਰਦੇ ਸੀ, ਤੇ ਜੇ ਹੁਣ ਆਏ ਹਾਂ ਤੇ ਅੱਖਾਂ ਵੀ ਨਹੀਂ ਖੋਲਦੇ। ਇਹ ਪਿਆਰ ਦੇ ਬੋਲ ਜਦੋਂ ਪੰਡਿਤ ਸ਼ਿਵਦੱਤ ਦੇ ਕੰਨੀ ਪਏ, ਇੱਕਦਮ ਅੱਖਾਂ ਖੋਲੀਆਂ, ਸਾਹਮਣੇ ਬਾਲ ਗੋਬਿੰਦ ਰਾਏ ਜੀ ਖੜੇ ਵੇਖੇ, ਅੱਖਾਂ ਬੰਦ ਕਰ ਲਈਆਂ, ਅੰਦਰੋਂ ਅਰਦਾਸ ਕੀਤੀ। ਜੇ ਤੁਹਾਨੂੰ ਇਹ ਪਤਾ ਹੈ ਵੀ ਮੈਂ ਯਾਦ ਕਰਦਾ ਸੀ, ਤੇ ਤੁਸੀਂ ਮੇਰੀ ਅਰਦਾਸ ਸੁਣ ਕੇ, ਮੇਰੀ ਬੇਨਤੀ ਸੁਣ ਕੇ ਮੈਨੂੰ ਦਰਸ਼ਨ ਦੇਣ ਆਏ ਹੋ, ਤੇ ਤੁਹਾਨੂੰ ਇਹ ਵੀ ਪਤਾ ਹੈ ਵੀ ਮੈਂ ਕਿਹੜੇ ਰੂਪ ਦੇ ਵਿੱਚ ਤੁਹਾਡੀ ਆਰਾਧਨਾ ਕਰਦਾ ਹਾਂ, ਤੇ ਮੈਂ ਕਿਹੜੇ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹਾਂ। ਪੰਡਿਤ ਸ਼ਿਵਦੱਤ ਦੀ ਇਹ ਅਰਦਾਸ ਸੀ ਵੀ ਮੈਨੂੰ ਇੱਕ ਵਾਰੀ ਗੋਬਿੰਦ ਰਾਏ ਜੀ ਸ੍ਰੀ ਰਾਮਚੰਦਰ ਦੇ ਰੂਪ ਦੇ ਵਿੱਚ ਦਰਸ਼ਨ ਦੇਣ, ਕਿਉਂਕਿ ਉਸ ਰੂਪ ਦੀ ਆਰਾਧਨਾ ਕਰਦੇ ਸੀ। ਉਸ ਰੂਪ ਦੀ ਆਰਾਧਨਾ ਕਰਦੇ ਸੀ। ਕਹਿੰਦੇ ਜੀ ਜੇ ਤੁਹਾਨੂੰ ਇਹ ਪਤਾ ਵੀ ਮੈਂ ਯਾਦ ਕਰਦਾ ਸੀ, ਤੇ ਤੁਹਾਨੂੰ ਇਹ ਵੀ ਪਤਾ ਹੈ ਵੀ ਮੈਂ ਕਿਹੜੇ ਰੂਪ ਦੇ ਵਿੱਚ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮੇਰੇ ਤੇ ਤਰਸ ਕਰੋ। ਜੇ ਇੱਥੇ ਤੱਕ ਕਿਰਪਾ ਕੀਤੀ ਹੈ ਤੇ ਇਹ ਵੀ ਕਿਰਪਾ ਕਰ ਦਿਓ, ਅੱਜ ਮੈਨੂੰ ਉਸੇ ਰੂਪ ਦੇ ਵਿੱਚ ਇੱਕ ਵਾਰੀ ਦੀਦਾਰ ਬਖਸ਼ ਦਿਓ, ਜਿਹੜੇ ਰੂਪ ਦੇ ਵਿੱਚ ਮੈਂ ਤੁਹਾਨੂੰ ਯਾਦ ਕਰਦਾ, ਜਿਹੜੇ ਰੂਪ ਦੇ ਵਿੱਚ ਮੈਂ ਤੁਹਾਡੀ ਆਰਾਧਨਾ ਕਰਦਾ। ਪੰਡਿਤ ਸ਼ਿਵਦੱਤ ਦੀ ਅਰਦਾਸ ਸੁਣ ਕੇ ਗੋਬਿੰਦ ਰਾਏ ਜੀ ਮਹਾਰਾਜ ਮੁਸਕਰਾਏ। ਮੁਸਕਰਾ ਕੇ ਕਹਿੰਦੇ ਚੰਗਾ ਪੰਡਿਤ ਜੀ ਅੱਖਾਂ ਖੋਲੋ, ਉਹੋ ਹੀ ਰੂਪ ਵੇਖ ਲਓ ਜਿਹੜਾ ਰੂਪ ਵੇਖਣਾ ਚਾਹੁੰਦੇ ਹੋ। ਜਦ ਪੰਡਿਤ ਜੀ ਨੇ ਅੱਖਾਂ ਖੋਲੀਆਂ, ਸਾਹਮਣੇ ਗੋਬਿੰਦ ਰਾਏ ਜੀ ਨਹੀਂ, ਸਾਹਮਣੇ ਭਗਵਾਨ ਸ੍ਰੀ ਰਾਮਚੰਦਰ ਜੀ ਖੜੇ ਵੇਖੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਮਚੰਦਰ ਜੀ ਖੜੇ ਵੇਖੇ। ਉੱਠਿਆ, ਚਰਨਾਂ ਤੇ ਸੀਸ ਰੱਖਤਾ, हे ਪ੍ਰਭੂ ਬੜਾ ਤਰਸ ਕੀਤਾ ਮੇਰੇ ਤੇ, ਬੜੀ ਮਿਹਰ ਕੀਤੀ। ਜਦ ਸੀਸ ਤਾਂ ਚੱਕ ਕੇ ਵੇਖਿਆ ਤੇ ਗੋਬਿੰਦ ਰਾਏ ਜੀ ਮਹਾਰਾਜ ਖਲੋਤੇ ਆਏ।
ਪੰਡਤ ਸ਼ਿਵਦੱਤ ਨੂੰ ਤਾਰਿਆ। ਇੱਥੇ ਪਟਨਾ ਸਾਹਿਬ ਦੇ ਵਿੱਚ ਰਾਣੀ ਮੈਣੀ ਪੁੱਤਰ ਨੂੰ ਤਰਸਦੀ ਹੈ, ਉਹਦੀ ਗੋਦੀ ਦੇ ਵਿੱਚ ਪੁੱਤ ਬਣ ਕੇ ਬਹਿ ਗਏ, ਉਹਦਾ ਹਿਰਦਾ ਠਾਰਿਆ। ਰਹੀਮ ਬਖਸ਼ ਕਰੀਮ ਬਖਸ਼ ਵਰਗਿਆਂ ਦੇ ਸੁੱਕੇ ਬਾਗ ਹਰੇ ਕੀਤੇ, ਕਿੰਨੀਆਂ ਖੇਡਾਂ ਖੇਡੀਆਂ, ਕਿੰਨੇ ਕੌਤਕ ਵਰਤਾਏ। ਪਟਨਾ ਸਾਹਿਬ ਦੀ ਧਰਤੀ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਨੂੰ ਤਰਸ ਰਹੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜਿਨ੍ਹਾਂ ਦੀ ਬਾਬਤ ਆਓ ਪ੍ਰੇਮ ਦੇ ਵਿੱਚ ਇੱਕ ਵਾਰੀ ਆ ਪੰਕਤੀਆਂ ਪੜ੍ਹ ਕੇ ਤੇ ਫਿਰ ਸਮਾਪਤੀ ਕਰੀਏ। ਸਮਾਂ ਇਜਾਜ਼ਤ ਨਹੀਂ ਦਿੰਦਾ। ਬੜੇ ਪ੍ਰੇਮ ਦੇ ਵਿੱਚ ਬੋਲਣ ਦੀ ਖੇਚਲ ਕਰਿਓ। ਜੀ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਤੇਰੇ ਵਰਗਾ ਇਸ ਧਰਤੀ ਤੇ ਜੀ ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਕਾਲ ਪੁਰਖ ਦੀ ਜਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਅਕਾਲ ਪੁਰਖ ਦੀ ਜਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਅਖਵਾਇਆ, ਗੁਰੂ ਗੋਬਿੰਦ ਅਖਵਾਇਆ, ਦੁੱਖ ਦਾ ਧਰਮ ਬਚਾਉਣ ਦੀ ਖਾਤਰ ਪਿਤਾ ਸ਼ਹੀਦ ਕਰਾਇਆ, ਦੁੱਖ ਦਾ ਧਰਮ ਬਚਾਉਣ ਦੀ ਖਾਤਰ ਪਿਤਾ ਸ਼ਹੀਦ ਕਰਾਇਆ, ਦੁੱਖ ਦਾ ਧਰਮ ਬਚਾਉਣ ਦੀ ਖਾਤਰ ਪਿਤਾ ਸ਼ਹੀਦ ਕਰਾਇਆ, ਧਰਮ ਬਚਾਉਣ ਦੀ ਖਾਤਰ ਪਿਤਾ ਸ਼ਹੀਦ ਕਰਾਇਆ, ਦੁੱਖ ਦਾ ਧਰਮ ਬਚਾਉਣ ਦੀ ਖਾਤਰ ਪਿਤਾ ਸ਼ਹੀਦ ਕਰਾਇਆ, ਚਾਰ ਲਾਲ ਗੁਰਾਂ ਧਰਮ ਦੁਆਰੇ ਫੇਰ ਵੀ ਸ਼ੁਕਰ ਮਨਾਇਆ, ਚਾਰ ਲਾਲ ਗੁਰਾਂ ਧਰਮ ਦੁਆਰੇ ਫੇਰ ਵੀ ਸ਼ੁਕਰ ਮਨਾਇਆ, ਚਾਰ ਲਾਲ ਧਰਮ ਦੁਆਰੇ ਫੇਰ ਵੀ ਸ਼ੁਕਰ ਮਨਾਇਆ, ਚਾਰ ਲਾਲ ਧਰਮ ਦੁਆਰੇ ਫੇਰ ਵੀ ਸ਼ੁਕਰ ਮਨਾਇਆ, ਚਾਰ ਲਾਲ ਗੁਰਾਂ ਧਰਮ ਦੁਆਰੇ ਫੇਰ ਵੀ ਸ਼ੁਕਰ ਮਨਾਇਆ, ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਮੈਂ ਸੀਸ ਝੁਕਾਇਆ, ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਮੈਂ ਸੀਸ ਝੁਕਾਇਆ, ਕਾਇਓ ਕਲਗੀਆਂ ਵਾਲਿਆ ਦੇ ਨੂੰ ਸਭ ਨੇ ਸੀਸ ਝੁਕਾਇਆ, ਕਾਇਓ ਕਲਗੀਆਂ ਵਾਲਿਆ ਦੇ ਨੂੰ ਸਭ ਨੇ ਸੀਸ ਝੁਕਾਇਆ, ਤਾਈਓ ਕਲਗੀਆਂ ਵਾਲਿਆ ਤੈਨੂੰ ਕਲਗੀਆਂ ਵਾਲਿਆ ਦੇ ਨੂੰ ਸਭ ਨੇ ਸੀਸ ਝੁਕਾਇਆ। ਕਲਗੀਧਰ ਦਸ਼ਮੇਸ਼ ਪਿਤਾ ਵਰਗਾ ਨਾ ਕੋਈ ਸੰਸਾਰ ਤੇ ਹੋਇਆ, ਨਾ ਕੋਈ ਹੋ ਸਕਦਾ ਹੈ। ਸਾਰੇ ਰਹਿਬਰ ਸਾਰੇ ਅਵਤਾਰ ਆਪੋ ਆਪਣੀ ਥਾਂ ਠੀਕ ਨੇ ਜੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡਾ ਸਾਨੀ ਕੋਈ ਨਹੀਂ। ਯੋਗੀ ਅੱਲਾ ਯਾਰ ਖਾਨ ਲਿਖਦਾ ਹੈ, ਨਾਨਕ ਕੀ ਕਸਮ ਹੈ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਕरूं गुरु गोविंद की वो काम है। ਲਾਲਾ ਹਰਦਿਆਲ ਜੀ ਨੇ ਇੱਕ ਬੁੱਕ ਲਿਖੀ ਜੀ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ। ਉਹਦੇ ਵਿੱਚ ਉਹ ਲਿਖਦਾ ਜੀ, ਬਾਕੀ ਸਾਰੇ ਅਵਤਾਰਾਂ ਪੈਗੰਬਰਾਂ ਦਾ ਇਤਿਹਾਸ ਆਪਣੇ ਥਾਂ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਇਤਿਹਾਸ ਜਿਵੇਂ ਆਕਾਸ਼ ਦੇ ਵਿੱਚ ਚੰਦਰਮਾ ਇਦਾਂ ਹੈ, ਜੇ ਚੰਦਰਮਾ ਕੱਢ ਦਿੱਤਾ ਜਾਵੇ ਮਗਰ ਤਾਰੇ ਹੀ ਬਚਦੇ ਨੇ, ਹੋਰ ਕੁਝ ਨਹੀਂ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਦਾਂ ਮਹਾਰਾਜ ਤੁਹਾਡਾ ਇਤਿਹਾਸ ਹੈ।
ਬੋਲਦਿਆਂ ਅਨੇਕਾਂ ਹੀ ਗਲਤੀਆਂ ਭੁੱਲਾਂ ਹੋ ਗਈਆਂ, ਅਣਜਾਣ ਸਮਝ ਕੇ ਖਿਮਾ ਬਖਸ਼ ਦੇਣੀ ਜੀ। ਆਓ ਅਗਲਾ ਪ੍ਰੋਗਰਾਮ, ਅਗਲਾ ਸਮਾਂ ਗੁਰਮੁਖਾਂ ਦੇ ਪਾਸੋਂ ਸਰਵਣ ਕਰੋ। ਰੋਮ ਰੋਮ ਕਰਕੇ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਹਾਜ਼ਰੀ ਭਰਵਾਈ। ਧੰਨਵਾਦ ਆਪ ਜੀ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਜੋ ਪਿਆਰ ਬਖਸ਼ਦੇ ਹੋ, ਹਮੇਸ਼ਾ ਅਸੀਸਾਂ ਦਿੰਦੇ ਹੋ। ਤੁਹਾਡੇ ਪਿਆਰ ਦੇ ਵਿੱਚ ਹਮੇਸ਼ਾ ਚਰਨ ਧੂੜੀ ਸੰਗਤ ਦੀ ਪ੍ਰਾਪਤ ਹੁੰਦੀ ਹੈ। ਧੰਨਵਾਦ ਹੈ ਸਾਰੇ ਪ੍ਰਬੰਧਕ ਜਨਾਂ ਦਾ, ਸਤਿਕਾਰਯੋਗ ਗੁਰਮੁਖ ਪਿਆਰੇ ਬਾਬਾ ਜੀ ਦਾ, ਹੋਰ ਸਾਰੇ ਪ੍ਰਬੰਧਕ ਸੇਵਾਦਾਰ, ਬਹੁਤ ਸੁਲਝੇ ਹੋਏ ਸਾਰੇ, ਬਹੁਤ ਪਿਆਰ ਦੇ ਵਿੱਚ ਗੁਰੂ ਘਰ ਦੀ ਸੇਵਾ ਕਰਨ ਵਾਲੇ, ਸਭ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਸਾਨੂੰ ਥੋੜ੍ਹਾ ਜਿਹਾ ਅੱਗੇ ਪ੍ਰੋਗਰਾਮ, ਸਾਡੇ ਇਲਾਕੇ ਦੇ ਵਿੱਚ ਹੀ ਇੱਕ ਕੀਰਤਨ ਦਰਬਾਰ, ਉੱਥੇ ਹਾਜ਼ਰੀ ਭਰਨ ਲਈ ਛੇਤੀ ਜਾਣਾ ਪੈਣਾ ਜੀ। ਇਸ ਕਰਕੇ ਆਪ ਜੀ ਤੋਂ ਮਾਫੀ ਮੰਗਦੇ ਹਾਂ ਜੀ। ਫਿਰ ਜਦੋਂ ਮਹਾਰਾਜ ਨੇ ਸਮਾਂ ਬਖਸ਼ਿਸ਼ ਕੀਤਾ, ਅਗਾਂਹ ਫਿਰ ਬਣਾਵਾਂਗੇ ਪ੍ਰੋਗਰਾਮ ਬਾਬਾ ਜੀ ਨਾਲ ਸਲਾਹ